नहीं मैं कैसे कदे किसी वाद विवाद च पिया नहीं हांगा। ये उन्होंने पहल सीगी ਜਿਹੜਾ ਮੈਨੂੰ कुछ बोलना पिया। जैतो हल्के तो विधान सभा चोणां 2022 ਦੇ ਤੁਸੀਂ ਇੱਛੁਕ ਹੋ? ਉੱਥੇ 5 ਸਾਲ ਹੋ ਗਏ ਅਸੀਂ ਕੰਮ ਕਰ ਰਹੇ ਹਾਂ ਜੀ, ਇਸ ਕਰਕੇ ਸਮਝਦੇ ਹਾਂ ਵੀ ਸਾਡਾ ਹੱਕ ਹੈ। ਸੁਖਬੀਰ ਬਾਦਲ ਦਾ ਮੈਂ ਮੁਕਾਬਲਾ ਨਹੀਂ ਕਰ ਸਕਦਾ। क्यों नहीं कर सकता? वैसे सियासत है, मैं सियासतदान नहीं है, आप जी को पता ही है। जी, जी। मैं तो सेवादार बन के आया। ਰੁਪਿੰਦਰ ਰੂਬੀ ਹੋਰਾਂ ਨੂੰ ਜੈਤੋ ਤੋਂ ਲਿਆ ਕੇ ਚੋਣ ਲੜਾਈ ਜਾ ਸਕਦੀ ਹੈ। ਉਹਨਾਂ ਦੇ ਆਪਣੇ ਹਲਕੇ ਤੋਂ ਲਿਆ ਕੇ ਹਲਕਾ ਬਠਿੰਡਾ ਦਿਹਾਤੀ ਤੋਂ ਉਹਨਾਂ ਨੂੰ ਇੱਥੇ ਮਤਲਬ ਚੋਣ ਲੜਵਾਈ ਜਾ ਸਕਦੀ ਹੈ। अच्छा, ਸਵਾਗਤ ਕਰੋਗੇ? कोई भी पार्टी टिकट से कोई लड़ता मेरे वालों स्वागत है, पर मैं आपको एक गल दसदा, कोई बंदा मातर साथी बेचारा गरीब जिहा सीगा, वो हੱਥ दिखाउण चलिया गया जी, ਤੇ ਪੰਡਿਤ ਜੀ ਕਹਿੰਦੇ ਤੇਰਾ ਰਾਹੂ ਕੇਤੂ ਦੇ ਘਰੇ ਬੈਠਾ, ਕੇਤੂ ਸ਼ਨੀ ਦੇ ਘਰੇ ਬੈਠਾ, ਸ਼ਨੀ ਬੁੱਧ ਦੇ ਘਰੇ ਬੈਠਾ। ਉਹ ਹੱਥ ਖਿੱਚ ਕੇ ਕਹਿੰਦਾ ਕੋਈ ਆਪਣੇ ਘਰ ਵੀ ਹੈਗਾ ਜਾਂ ਸਿਰ ਦੂਜੇ ਦੇ ਘਰੇ ਮਿਲੀ। ਮੇਰੀ ਖੁਸ਼ਕਿਸਮਤੀ ਇਹ ਹੈ ਵੀ ਜਿੰਨੇ ਪੰਜਾਬ ਦੇ ਚੀਫ ਮਿਨਿਸਟਰ ਹੋਏ ਨੇ ਜੀ, ਕਾਂਗਰਸ ਦੇ, ਮੈਂ ਉਹਨਾਂ ਦੀ ਸਟੇਜ ਤੇ ਗਿਆ। ਹਲਕਾ ਜੈਤੋ ਦੇ ਵਿੱਚ ਨੀਅਰ ਅਬਾਊਟ 35 ਕਰੋੜ ਰੁਪਈਆ ਮੈਂ ਖਰਚ ਚੁੱਕਿਆ। ਲੋਕ ਆਉਂਦੇ ਨੇ, ਮਿਸਾਲ ਦੇ ਤੌਰ ਤੇ ਗੁਜਰਾਤ ਤੋਂ 2 ਸੱਜਣ ਆਏ, ਦਿੱਲੀ ਵਿੱਚ ਆ ਕੇ ਕਹਿੰਦੇ ਅਸੀਂ ਇੱਥੇ ਗੁਜਰਾਤ ਮਾਡਲ ਲੈ ਕੇ ਆਏ ਹਾਂ। ਇੱਕ ਦਿੱਲੀ ਤੋਂ ਅੱਜ ਕੱਲ੍ਹ ਇੱਥੇ ਬੰਦੇ ਸੱਜਣ ਆ ਰਹੇ ਨੇ, ਉਹ ਕਹਿੰਦੇ ਮੈਂ ਦਿੱਲੀ ਮਾਡਲ ਲੈ ਕੇ ਆਇਆ ਜੀ। ਉਹਨਾਂ ਨੂੰ ਪੰਜਾਬ ਮਾਡਲ ਦਾ ਪਤਾ ਹੀ ਨਹੀਂ ਵੀ ਪੰਜਾਬ ਮਾਡਲ ਹੁੰਦਾ ਕੀ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਦਾ ਅਨਮਿਊਟ ਦੇਖ ਰਹੇ ਹੋ ਤੇ ਮੈਂ ਆ ਰਵੀ ਸੰਗਰਾਹੂਰ। 2022 ਦੀਆਂ ਚੋਣਾਂ ਬਹੁਤ ਨਜ਼ਦੀਕ ਆ ਰਹੀਆਂ ਔਰ ਸਾਰੀਆਂ ਪਾਰਟੀਆਂ ਦੇ ਵੱਲੋਂ ਆਪਣੀਆਂ ਤਿਆਰੀਆਂ ਜਿਹੜੀਆਂ ਨੇ ਉਹ ਵਿੱਢ ਦਿੱਤੀਆਂ ਗਈਆਂ। ਪੀਕ ਤੇ ਕੁਝ ਦਿਨਾਂ ਬਾਅਦ ਹੋ ਜਾਣਗੀਆਂ, ਫਿਰ ਉਸ ਤੋਂ ਬਾਅਦ ਮੁਕੰਮਲ ਵਾਲੇ ਪਾਸੇ ਚਲੀਆਂ ਜਾਣਗੀਆਂ। ਹੁਣ ਇਹਨਾਂ ਤਿਆਰੀਆਂ ਦੇ ਵਿੱਚ ਹਲਕਿਆਂ ਦਾ ਹਾਲ ਜਾਣਨਾ ਬੜਾ ਜ਼ਰੂਰੀ ਹੈ ਕਿ ਕਿਸ ਹਲਕੇ ਵਿੱਚ ਕਿਸ ਤਰ੍ਹਾਂ ਦੀ ਸਿਆਸਤ ਹੈ, ਕਿਸ ਹਲਕੇ ਵਿੱਚ ਕਿਹਦੀਆਂ ਉਮੀਦਾਂ ਨੇ ਕਿ ਕੌਣ ਉੱਥੋਂ ਬਾਜ਼ੀ ਮਾਰੇਗਾ। ਤਾਂ ਇਸ ਸਭ ਨੂੰ ਦੇਖਦੇ ਹੋਏ ਅਸੀਂ ਇਹ ਪ੍ਰੋਗਰਾਮ ਤੁਹਾਡੇ ਸਨਮੁਖ ਕਰਦੇ ਹਾਂ ਤੇ ਅੱਜ ਅਸੀਂ ਪਹੁੰਚੇ ਹੋਏ ਹਾਂ ਹਲਕਾ ਜੈਤੋ ਦੇ ਵਿੱਚ। ਜ਼ਿਲ੍ਹਾ ਫਰੀਦਕੋਟ ਦਾ ਹਲਕਾ ਜੈਤੋ ਵਿਧਾਨ ਸਭਾ ਹਲਕਾ। ਜੈਤੋ ਦੇ ਵਿੱਚ 2017 ਦੀਆਂ ਜੋ ਚੋਣਾਂ ਹੋਈਆਂ ਉਸ ਦੇ ਵਿੱਚ ਬਲਦੇਵ ਸਿੰਘ ਆਮ ਆਦਮੀ ਪਾਰਟੀ ਦੇ ਵੱਲੋਂ ਜਿੱਤੇ। ਕਈ ਕੁਝ ਹੋਇਆ, ਪਾਰਟੀਆਂ ਬਦਲੀਆਂ, ਵਾਪਸ ਆਮ ਆਦਮੀ ਪਾਰਟੀ ਦੇ ਵਿੱਚ ਆਏ, ਪਰ ਉਹਨਾਂ ਦਾ ਵਿਧਾਇਕ ਹੋਣ ਦਾ ਅਹੁਦਾ ਉਹਨਾਂ ਕੋਲੋਂ ਖੁੱਸ ਗਿਆ। ਇਸ ਵੇਲੇ ਜੋ ਜੈਤੋ ਹਲਕਾ ਹੈ ਉਹ ਖਾਲੀ ਹੈ ਔਰ ਇਸ 'ਤੇ ਬੜੀ ਜੱਦੋ ਜਹਿਦ ਹੈ, ਬੜੀ ਖਿੱਚੋਤਾਣ ਹੈ। ਇਸ ਹਲਕੇ ਦੇ ਵਿੱਚ ਖਿੱਚੋਤਾਣ ਕਈ ਤਰੀਕੇ ਦੀ ਹੈ। ਮੈਂ ਇੱਕ ਜ਼ਿਕਰ ਕਰਾਂਗਾ ਕਿ ਫਰੀਦਕੋਟ ਦੇ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਸਾਹਿਬ ਉਹ ਕਾਫੀ ਤਿਆਰੀਆਂ ਦੇ ਵਿੱਚ ਨੇ। ਜੈਤੋ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਉਹਨਾਂ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ, ਪਰ ਪਿਛਲੇ ਦਿਨਾਂ ਦੇ ਵਿੱਚ ਇੱਕ ਫਰੀਦਕੋਟ ਦੇ ਵਿਧਾਇਕ ਦੇ ਨਾਲ ਉਹਨਾਂ ਦਾ ਇੱਕ ਵਿਵਾਦ ਵੀ ਚੱਲਦਾ ਰਿਹਾ, ਜਿਸ ਦੇ ਵਿੱਚ ਸਦੀਕ ਸਾਹਿਬ ਨੇ ਇਹ ਇਲਜ਼ਾਮ ਲਾਏ ਸੀ ਕਿ ਫਰੀਦਕੋਟ ਦਾ ਵਿਧਾਇਕ ਉਹਨਾਂ ਦੇ ਹਲਕੇ ਦੇ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਿਹਾ। ਹੁਣ ਉਹ ਵਿਵਾਦ ਖਤਮ ਹੋਇਆ ਜਾਂ ਨਹੀਂ ਹੋਇਆ ਇਹ ਵੀ ਸਮਝਾਂਗੇ। ਨਾਲ ਜੈਤੋ ਦੇ ਵਿੱਚ ਸੰਭਾਵੀ ਉਮੀਦਵਾਰ ਦੇ ਤੌਰ 'ਤੇ ਵੀ ਸਦੀਕ ਸਾਹਿਬ ਹੋਰਾਂ ਦੇ ਸਨ ਇਨ ਲਾਅ ਨੂੰ ਦੇਖਿਆ ਜਾ ਰਿਹਾ ਹੈ। ਪਾਰਟੀ ਕਿਸ ਤਰ੍ਹਾਂ ਦੇ ਨਾਲ ਥਾਪੜਾ ਦਿੰਦੀ ਹੈ ਜਾਂ ਉਹਨਾਂ ਦੀਆਂ ਤਿਆਰੀਆਂ ਕਿਸ ਤਰ੍ਹਾਂ ਦੀਆਂ, ਔਰ ਜੈਤੋ ਦੀ ਸਿਆਸਤ ਇਸ ਵੇਲੇ ਕੀ ਕੁਝ ਕਹਿ ਰਹੀ ਹੈ, ਲੋਕਾਂ ਦੀ ਡਿਮਾਂਡ ਕੀ ਹੈ, ਸਭ ਕੁਝ ਸਮਝਾਂਗੇ। ਮੇਰੇ ਨਾਲ ਗੱਲਬਾਤ ਕਰਨ ਦੇ ਲਈ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਸਾਹਿਬ ਹੈ। ਸਦੀਕ ਸਾਹਿਬ ਬਹੁਤ ਬਹੁਤ ਸਵਾਗਤ ਜੀ। ਧੰਨਵਾਦ ਜੀ ਰਵੀ ਜੀ, ਬਹੁਤ ਬਹੁਤ ਆਪ ਜੀ ਦਾ ਧੰਨਵਾਦ। ਆਪ ਜੀ ਦੇ ਜਿੰਨੇ ਵੀ ਦਰਸ਼ਕ ਨੇ, ਸਰੋਤੇ ਨੇ, ਉਹਨਾਂ ਨੂੰ ਪਿਆਰ ਭਰੀ ਨਿਮਰਤਾ ਨਾਲ ਸਤਿ ਸ਼੍ਰੀ ਅਕਾਲ। ਸਦੀਕ ਸਾਹਿਬ, ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਜੋ ਵਿਵਾਦ ਤੁਹਾਡਾ ਕੁਝ ਸਮਾਂ ਪਹਿਲਾਂ ਸ਼ੁਰੂ ਹੋਇਆ ਸੀ ਫਰੀਦਕੋਟ ਦੇ ਵਿਧਾਇਕ ਦੇ ਨਾਲ, ਖਤਮ ਹੋ ਗਿਆ? ਨਹੀਂ, ਮੈਂ ਕਦੇ ਕਿਸੇ ਵਾਦ ਵਿਵਾਦ 'ਚ ਪਿਆ ਨਹੀਂ ਹਾਂਗਾ। ਇਹ ਉਹਨਾਂ ਦੀ ਪਹਿਲ ਸੀਗੀ ਜਿਹੜਾ ਮੈਨੂੰ ਕੁਝ ਬੋਲਣਾ ਪਿਆ। ਮੈਂ ਰਵੀ ਜੀ ਬਹੁਤ ਖਾਮੋਸ਼ ਰਹਿਣ ਵਾਲਾ ਬੰਦਾ, ਮੈਂ ਜੇ ਬੋਲਦਾ ਇਕੱਲਾ ਸਟੇਜ 'ਤੇ ਬੋਲਦਾ, ਅਦਰਵਾਈਜ਼ ਮੈਂ ਜ਼ਿਆਦਾ ਗੱਲ ਕਿਸੇ ਨਾਲ ਕਰਦਾ ਵੀ ਨਹੀਂ ਹਾਂਗਾ। ਜੇ ਲੋੜ ਪਵੇ ਮੈਂ ਉਦੋਂ ਹੀ ਬੋਲਦਾ। ਉਹ ਵਿਵਾਦ ਉਹਨਾਂ ਨੇ ਸ਼ੁਰੂ ਕੀਤਾ ਸੀਗਾ। ਉਹਨਾਂ ਨੇ ਇੱਥੋਂ ਸ਼ੁਰੂ ਕੀਤਾ ਵੀ ਤੁਸੀਂ ਉਹਨਾਂ ਲੋਕਾਂ ਦੀ ਹੈਲਪ ਕਰਦੇ ਹੋ ਜਿਹੜੇ ਲੋਕ BJP 'ਚੋਂ ਆਏ ਨੇ, ਜਿਹੜੇ ਲੋਕ ਫਲਾਣੇ 'ਚੋਂ ਆਏ ਨੇ। ਮੈਂ ਉਹਨਾਂ ਨੂੰ ਇੱਕੋ ਹੀ ਗੱਲ ਕਹੀ
ਮੈਂ ਕਿਹਾ ਸਰ ਕੋਈ ਕਿੱਥੋਂ ਆਇਆ ਤੁਸੀਂ ਮੈਨੂੰ ਨਾ ਦੱਸੋ। ਜੇ ਮੈਂ ਕਿਤੋਂ ਬੋਲਣ ਲੱਗੇ ਨਾ ਲੀਰਾਂ ਨਿਕਲਣ ਗਈਆਂ, ਫਿਰ ਉਹ ਚੁੱਪ ਕਰ ਗਏ, ਕਿਉਂਕਿ ਉਹ ਵੀ ਇੱਕ ਜਗ੍ਹਾ ਤੋਂ ਤਾਂ ਆਏ। ਬਿਲਕੁਲ ਬਿਲਕੁਲ। ਹੈ ਜੀ, ਪਹਿਲਾਂ ਉਹ ਸੁਖਬੀਰ ਜੀ ਦੇ ਪੈਰ ਫੜਦੇ ਰਹੇ, ਫਿਰ ਉਹ PPP 'ਚ ਚਲੇ ਗਏ, ਹੈ ਜੀ, ਫਿਰ ਕਿਤੇ ਉਹ ਕਾਂਗਰਸ ਦੇ ਵਿੱਚ ਆਏ। ਤੇ ਮੇਰਾ ਮੈਂ ਤਾਂ ਇੱਥੋਂ ਮੈਂ ਹੋਰ ਕੋਈ ਗੱਲ ਨਹੀਂ ਹੈ। ਗੱਲ ਇਹ ਨਹੀਂ ਹੈ ਜਦੋਂ ਤੁਸੀਂ ਕਿਸੇ ਤੇ ਦੂਸ਼ਣ ਲਾਉਂਦੇ ਹੋ ਨਾ, ਤੁਹਾਨੂੰ ਆਪਣਾ ਆਪ ਵੀ ਸੋਚਣਾ ਚਾਹੀਦਾ, ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨਾ ਚਾਹੀਦਾ। ਮੇਰਾ ਇਹੀ ਵਿਵਾਦ ਸੀਗਾ, ਹੋਰ ਮੇਰਾ ਕੋਈ ਵਿਵਾਦ ਨਹੀਂ ਹੈ। ਹਾਂ ਇੰਨੀ ਗੱਲ ਜ਼ਰੂਰ ਹੈ, ਉਹ ਆਪਣਾ ਏਰੀਆ ਵਧਾਉਣ ਵਾਸਤੇ ਵੀ ਮੈਂ ਉੱਥੇ ਵੀ ਮੇਰੀ ਚੱਲੇ, ਉੱਥੇ ਵੀ ਮੇਰੀ ਚੱਲੇ। ਹਾਲਾਂਕਿ ਮੇਰਾ ਜਿਹੜਾ ਹਲਕਾ ਜੈਤੋ ਹੈ ਉਹ ਰਿਜ਼ਰਵ ਹਲਕਾ ਹੈ, ਉਹਨਾਂ ਦੀ ਜ਼ਰੂਰਤ ਨਹੀਂ ਹੈ ਵੀ ਉੱਥੇ ਉਹ ਆ ਕੇ ਕੁਛ ਕਰਨ ਜਾਂ ਨਹੀਂ। ਉਹ ਕਦੇ ਕਿਸੇ ਸਰਪੰਚ ਨੂੰ ਬੁਲਾਉਂਦੇ ਨੇ, ਕਦੇ ਕਿਸੇ ਮੈਂਬਰ ਨੂੰ ਬੁਲਾ ਕੇ, ਸਮਿਤੀ ਦੇ ਮੈਂਬਰ ਨੂੰ ਬੁਲਾ ਕੇ, ਤੁਸੀਂ ਮੇਰੇ ਕੋਲ ਆਇਆ ਕਰੋ, ਮੈਂ ਕੰਮ ਕਿਹਾ ਕਰੂੰਗਾ, ਮੇਰੇ ਕਹੇ ਤੇ ਕੰਮ ਹੁੰਦੇ ਨੇ, ਸਦੀਕ ਦੇ ਕਹੇ ਤੇ ਨਹੀਂ ਹੁੰਦੇ। ਚਲੋ ਮੈਂ ਸੌਫਟ ਕਿਸਮ ਦਾ ਆਦਮੀ ਹਾਂ, ਮੈਂ ਬਹੁਤੀ ਜ਼ੋਰ ਨਾਲ ਕਿਸੇ ਨੂੰ ਨਹੀਂ ਕਹਿੰਦਾ ਹੈ ਜੀ, ਪਰ ਮੇਰੇ ਕਹੇ ਤੇ ਕੰਮ ਵੀ ਹੁੰਦੇ ਨੇ, ਅਫਸਰ ਲੋਕ ਜਾਣਦੇ ਨੇ ਮੇਰੀ ਪੋਜੀਸ਼ਨ ਵੀ। ਚਲੋ ਹੁਣ ਤਾਂ ਮੈਂ MP ਬਣ ਗਿਆ, ਇਸ ਤੋਂ ਪਹਿਲਾਂ ਜਦੋਂ ਮੈਂ ਨਹੀਂ ਵੀ MP ਸੀਗਾ ਉਦੋਂ ਵੀ ਮੇਰੀ ਗੱਲ ਮੰਨੀ ਜਾਂਦੀ ਸੀ ਕਿ ਐਸੀ ਕੋਈ ਗੱਲ ਨਹੀਂ ਹੈਗੀ ਹੈ, ਕਿਉਂਕਿ ਮੈਂ ਪਹਿਲਾਂ MLA ਵੀ ਰਿਹਾ। ਫਿਰ ਮੈਂ ਨਿਸ਼ਕਾਮ ਸੇਵਾ ਕਰਦਾ, ਇਹ ਵੀ ਲੋਕਾਂ ਨੂੰ ਪਤਾ ਹੈ ਜੀ। ਆਪਣੇ ਮੂੰਹੋਂ ਤਾਂ ਮੀਆਂ ਮਿੱਠੂ ਬਣਨਾ ਚੰਗੀ ਗੱਲ ਨਹੀਂ ਹੁੰਦੀ, ਪਰ ਇਹ ਗੱਲਾਂ ਕੁਝ ਇਸ ਕਰਕੇ ਕਹਿਣੀਆਂ ਪੈ ਰਹੀਆਂ ਨੇ, ਤੁਸੀਂ ਪੁੱਛ ਰਹੇ ਹੋ ਮੈਂ ਤਾਂ ਮੈਂ ਕਹਤੀ ਜੀ। ਸਦੀਕ ਸਾਹਿਬ ਇੱਕ ਪਰਦਾ ਇਸ ਗੱਲ ਤੋਂ ਵੀ ਚੱਕ ਦਿਓ ਕਿ ਜੈਤੋ ਹਲਕੇ ਤੋਂ ਵਿਧਾਨ ਸਭਾ ਚੋਣਾਂ 2022 ਦੇ ਤੁਸੀਂ ਇੱਛੁਕ ਹੋ, ਜਾਂ ਫਿਰ ਜਿਸ ਤਰੀਕੇ ਦੀਆਂ ਤਿਆਰੀਆਂ ਜਾਂ ਜਿਸ ਤਰੀਕੇ ਨਾਲ ਉੱਥੇ ਕੰਮ ਕਰ ਰਹੇ ਨੇ ਤੁਹਾਡੇ ਸਾਨੇ ਲਾਓ, ਉਹਨਾਂ ਨੂੰ ਤੁਸੀਂ ਇੰਟਰਸਟਡ ਹੋ ਉਸ ਵਿਧਾਨ ਸਭਾ ਚੋਣ ਦੇ ਵਿੱਚ ਚੋਣ ਲੜਵਾਉਣ ਵਾਸਤੇ? ਰਵੀ ਜੀ ਬੇਨਤੀ ਇਹ ਹੈ ਬਈ ਹੱਕ ਤਾਂ ਹਰ ਬੰਦਾ ਜਿਤਾਉਂਦਾ, ਤੇ ਕਿਉਂਕਿ ਉੱਥੇ 5 ਸਾਲ ਹੋ ਗਏ ਅਸੀਂ ਕੰਮ ਕਰ ਰਹੇ ਹਾਂ ਜੀ, ਇਸ ਕਰਕੇ ਸਮਝਦੇ ਹਾਂ ਵੀ ਸਾਡਾ ਹੱਕ ਹੈ ਮੰਗਣਾ। ਅੱਗੇ ਇਹ ਮਰਜ਼ੀ ਹੈ ਹਾਈ ਕਮਾਂਡ ਦੀ ਜੀ, ਮਰਜ਼ੀ ਹੈ CM ਸਾਹਿਬ ਦੀ, ਮਰਜ਼ੀ ਹੈ PPCC ਦੇ ਪ੍ਰਧਾਨ ਸਤਿਕਾਰਯੋਗ ਸਿੱਧੂ ਸਾਹਿਬ ਦੀ ਜੀ, ਹੈ ਜੀ, ਜਾਂ ਮਰਜ਼ੀ ਹੈਗੀ ਹੈ ਜਿਹੜੇ ਹਰੀਸ਼ ਚੌਧਰੀ ਜੀ ਇਸ ਵੇਲੇ ਇੰਚਾਰਜ, ਹਾਂ ਪੰਜਾਬ ਮਾਮਲੇ ਦੇ ਇੰਚਾਰਜ ਨੇ, ਉਹਨਾਂ ਦੀ ਮਰਜ਼ੀ ਹੈ ਜੀ। ਸਾਡਾ ਕਹਿਣਾ ਫਰਜ਼ ਹੈ, ਹੱਕ ਮੰਗਣਾ ਫਰਜ਼ ਹੈ, ਕਰਨਾ ਉਹਨਾਂ ਨੇ ਹੈ ਜੀ। ਤੇ ਮੈਂ ਇਹਦੇ ਬਾਰੇ ਕੋਈ ਸਪਸ਼ਟ ਨਹੀਂ ਕਹਿ ਸਕਦਾ। ਹਾਂ ਜੇ ਸਾਡੀ ਸੇਵਾ ਦੇਖ ਕੇ, ਪਾਰਟੀ ਪ੍ਰਤੀ ਸਾਡੀ ਨਿਸ਼ਠਾ ਦੇਖ ਕੇ ਜੇ ਉਹ ਸਾਨੂੰ ਸੇਵਾ ਦਾ ਮੌਕਾ ਦੇਣਗੇ ਅਸੀਂ ਜ਼ਰੂਰ ਕਰਾਂਗੇ, ਫਿਰ ਵੱਧ ਚੜ੍ਹ ਕੇ ਕਰਾਂਗੇ। ਨਹੀਂ ਤੁਸੀਂ ਖੁਦ ਇੰਟਰਸਟਡ ਹੋ, ਤੁਸੀਂ ਖੁਦ ਲੜੋਗੇ ਜਾਂ ਫਿਰ ਨਹੀਂ ਪਾਰਟੀ ਨੂੰ ਇਹ ਕਰੋਗੇ ਕਿ ਮੈਂ ਇਹਨਾਂ ਨੂੰ? ਨਹੀਂ, ਮੈਂ ਇਸ ਵੇਲੇ MP ਹਾਂ, ਸਾਨੂੰ MPਆਂ ਦੀ ਵੀ ਲੋੜ ਹੈਗੀ ਪਾਰਲੀਮੈਂਟ ਦੇ ਵਿੱਚ, ਤੇ ਮੇਰਾ ਹਾਲੇ 2.5-3 ਸਾਲ ਹੈ ਜੀ ਜਿਹੜਾ ਵਕਫਾ ਹੈ ਉਹ ਮਤਲਬ। ਨਹੀਂ ਮੈਂ ਸਵਾਲ ਇਸ ਕਰਕੇ ਕਰ ਰਿਹਾ ਕਿ ਬਹੁਤ ਸਾਰੇ ਜੇ ਸੁਖਬੀਰ ਬਾਦਲ ਹੋਰਾਂ ਨੇ ਵੀ ਆਪਣਾ ਵਿਧਾਨ ਸਭਾ ਦਾ ਹਲਕਾ ਛੱਡ ਕੇ MP ਬਣੇ, ਫਿਰ MP ਦਾ ਹਲਕਾ ਛੱਡ ਕੇ ਹੁਣ ਜਲਾਲਾਬਾਦ ਤੋਂ ਉਹਨਾਂ ਨੇ ਚੋਣ ਲੜਨੀ ਹੈ। ਇਹ ਤਾਂ ਸਿਆਸਤ ਦੇ ਵਿੱਚ ਹੁੰਦਾ ਆਇਆ ਤੇ ਹੁੰਦਾ ਰਹਿਣਾ। ਮੈਂ ਇਸ ਕਰਕੇ ਤੁਹਾਨੂੰ ਸਵਾਲ ਕੀਤਾ ਕਿ ਤੁਸੀਂ ਵੀ ਕੋਈ ਇੱਛਾ ਰੱਖਦੇ ਹੋ 2022 ਦੇ ਵਿੱਚ ਹੱਥ ਅਜ਼ਮਾਈ ਕਰਨ ਦੀ? ਰਵੀ ਜੀ ਸੁਖਬੀਰ ਬਾਦਲ ਦਾ ਮੈਂ ਮੁਕਾਬਲਾ ਨਹੀਂ ਕਰ ਸਕਦਾ। ਕਿਉਂ ਨਹੀਂ ਕਰ ਸਕਦਾ? ਉਹ ਮੁੱਖ ਮੰਤਰੀ ਬਣਨ ਦੇ ਚਾਹਵਾਨ ਨੇ, ਤੇ ਮੈਂ ਐਵੇਂ ਬਿਲਾ ਵਜ੍ਹਾ ਜੀ ਪਹਿਲੇ ਡੰਡੇ ਨੂੰ ਛੱਡ ਕੇ ਦੂਜੇ ਡੰਡੇ ਨੂੰ ਹੱਥ ਪਾ ਲਵਾਂ, ਗਿਰੂਗਾ ਫਾਇਦਾ ਕਿ ਜਾਣੀ ਤੁਸੀਂ ਇੱਛੁਕ ਨਹੀਂ ਹੈਗੇ? ਨਹੀਂ, ਮੇਰੀ ਇੱਛਾ ਦੇਖੋ, ਮੇਰੀ ਗੱਲ ਸੁਣੋ, ਮੈਨੂੰ ਪਾਰਟੀ ਨੇ ਟਿਕਟ ਦਿੱਤਾ, ਮੈਂ ਉਸ ਪਾਰਟੀ ਜਿਹੜੀ ਪਾਰਟੀ ਇਸ ਵੇਲੇ ਰਾਜ ਸੱਤਾ ਦੇ ਵਿੱਚ ਹੈ, ਜਿਹੜੀ ਪਾਰਟੀ ਦੀ ਹਾਈ ਕਮਾਂਡ ਦੀ ਮੈਂ ਮਤਲਬ ਇੱਜ਼ਤ ਕਰਦਾ ਔਰ ਮੰਨਦਾ, ਮੇਰਾ ਹਾਈ ਕਮਾਂਡ ਉਹ ਹੈ, ਤੇ ਉਹ ਜੇ ਕਹਿਣਗੇ ਤਾਂ ਮੈਨੂੰ ਇਨਕਾਰ ਵੀ ਕੋਈ ਨਹੀਂ ਹੈ, ਲੇਕਿਨ ਮੇਰੇ ਮਨ ਦੇ ਵਿੱਚ ਕੋਈ ਨਹੀਂ ਹੈ। ਕਿਉਂਕਿ ਜਾਣੀ ਜੇ ਹਾਈ ਕਮਾਂਡ ਕਹੇਗੀ ਕਿ ਤੁਸੀਂ ਚੋਣ ਤੋਂ ਅਸੀਂ ਤੁਹਾਨੂੰ ਵੋਟ ਟਿਕਟ ਦੇ ਰਹੇ ਹਾਂ, ਤੁਸੀਂ ਲੜੋ, ਤੇ ਤੁਸੀਂ ਮਤਲਬ ਉਹ ਫਿਰ ਫੈਸਲਾ ਬਦਲ ਸਕਦੇ ਹੋ? ਮੈਂ ਆਪਣਾ ਇਰਾਦਾ ਉਹਨਾਂ ਨੂੰ ਦੱਸ ਦੂੰਗਾ, ਪਰ ਜੇ ਉਹਨਾਂ ਵੱਲੋਂ ਸਖਤ ਹੁਕਮ ਹੋਇਆ ਫਿਰ ਤਾਂ ਹੁਕਮ ਮੋੜਨਾ ਮੇਰੇ ਵਾਸਤੇ ਵੀ ਮੁਸ਼ਕਿਲ ਹੋ ਜਾਊਗਾ ਹੈ ਜੀ। ਇਸ ਕਰਕੇ ਰਵੀ ਜੀ ਗੱਲ ਇਹ ਹੈ, ਵੈਸੇ ਸਿਆਸਤ ਹੈ, ਮੈਂ ਸਿਆਸਤਦਾਨ ਨਹੀਂ ਹੈ, ਆਪ ਜੀ ਨੂੰ ਪਤਾ ਹੀ ਹੈ, ਮੈਂ ਤਾਂ ਸੇਵਾਦਾਰ ਬਣ ਕੇ ਆਇਆ, ਔਰ ਮੈਂ ਚਾਹੁੰਦਾ ਵੀ ਜਿੰਨਾ ਕੁ ਜੀਵਨ ਹੈਗਾ ਸੇਵਾ ਕਰਦੇ ਰਹੀਏ, ਅੱਛੀ ਬਾਤ ਹੈ। ਤਾਂ ਉਸ ਤੋਂ ਮਗਰੋਂ ਕਿਉਂਕਿ ਸਾਡੀ ਜਿਹੜੀ ਪਾਰਟੀ ਕਾਂਗਰਸ ਪਾਰਟੀ ਹੈ, ਇਹ ਇੱਕ ਅਨੁਸ਼ਾਸਨ ਵਾਲੀ ਪਾਰਟੀ ਹੈ, ਸਾਨੂੰ ਡਿਸਪਲਿਨ 'ਚ ਰਹਿਣਾ ਪੈਂਦਾ, ਹਾਈ ਕਮਾਂਡ ਦੀ ਮੰਨਣੀ ਪੈਂਦੀ ਹੈ, ਇਸ ਕਰਕੇ ਜੋ ਹਾਈ ਕਮਾਂਡ ਦਾ ਹੁਕਮ ਹੋਊਗਾ ਮੈਂ ਕਰੂੰਗਾ ਜੀ। ਜੈਤੋ ਦੀ ਸਿਆਸਤ ਕਾਫੀ ਮਤਲਬ ਨਾਜ਼ੁਕ ਜਿਹੇ ਹਾਲਾਤਾਂ ਦੇ ਵਿੱਚੋਂ ਲੰਘ ਰਹੀ ਹੈ। ਆਪਾਂ ਇਹ ਕਹਿ ਲਈਏ ਕਿ ਇਸ ਵੇਲੇ ਲਵਾਰਸ ਹੋਇਆ ਜੈਤੋ ਇਸ ਕਰਕੇ ਕਿ ਉਹਨਾਂ ਕੋਲੇ ਵਿਧਾਇਕ ਨਹੀਂ ਹੈਗਾ ਆਪਣਾ ਕੋਈ। ਬਲਦੇਵ ਜੀ ਹੋਰਾਂ ਦਾ ਮਤਲਬ ਉਹਦਾ ਖੁੱਸ ਜਾਣਾ, ਵਿਧਾਨ ਸਭਾ ਦੇ ਵੱਲੋਂ ਉਹਨਾਂ ਦਾ ਸਪੀਕਰ ਸਾਹਿਬ ਦੇ ਵੱਲੋਂ ਅਸਤੀਫਾ ਮਨਜ਼ੂਰ ਕਰ ਲੈਣਾ, ਜਾਂ ਉਹਨਾਂ ਨੂੰ ਜਿਵੇਂ ਵੀ ਜੋ ਕੁਝ ਹੋਇਆ ਐਪੀਸੋਡ ਪੂਰੇ ਦਾ ਪੂਰਾ। ਹੁਣ ਇਸ ਵੇਲੇ ਲੋਕ ਕੀ ਸੋਚਦੇ ਨੇ? ਤੁਹਾਡੇ ਤੱਕ ਕੋਈ ਫੀਡਬੈਕ ਆਉਂਦਾ ਹੋਊਗਾ ਜਾਂ ਤੁਹਾਡੇ ਤੱਕ ਲੋਕ ਅਪਰੋਚ ਕਰਦੇ ਹੋਣਗੇ? ਤੁਹਾਡੀਆਂ ਤਿਆਰੀਆਂ ਕਿਸ ਤਰ੍ਹਾਂ ਦੀਆਂ, ਕਿਹਨਾਂ ਚੀਜ਼ਾਂ ਨੂੰ ਆਧਾਰ ਬਣਾ ਕੇ ਤੁਸੀਂ ਹਲਕੇ ਦੇ ਵਿੱਚ ਕੰਮ ਕਰ ਰਹੇ? ਰਵੀ ਜੀ
ਮੈਂ ਆਪ ਜੀ ਨੂੰ ਦੱਸ ਦੇਵਾਂ, ਜਦੋਂ ਮੈਂ ਉੱਥੋਂ MLA ਦੀ ਟਿਕਟ 'ਤੇ ਲੜਿਆ ਸੀਗਾ ਜੀ ਤੇ 9,500 ਵੋਟ ਤੋਂ ਹਾਰ ਗਿਆ ਸੀ। ਜੀ ਉਸ ਤੋਂ ਮਗਰੋਂ ਮੈਂ ਤੇ ਮੇਰਾ ਪਰਿਵਾਰ ਉੱਥੇ ਹੀ ਰਹੇ। ਹੂੰ ਅਸੀਂ ਲੋਕਾਂ ਨਾਲ ਤਾਲਮੇਲ ਰੱਖਿਆ ਤੇ ਲੋਕਾਂ ਨੇ ਜੋ ਸਾਨੂੰ ਕੰਮ ਕਹਿਣੇ ਅਸੀਂ ਜਿੰਨੇ ਜੋਗੇ ਸੀ ਉਹ ਕੀਤੇ। ਜੀ ਪ੍ਰਸ਼ਾਸਨ ਨੇ ਵੀ ਕੀਤੇ, ਹੂੰ ਪ੍ਰਸ਼ਾਸਨ ਨੂੰ ਬੇਨਤੀ ਕੀਤੇ ਉਹਨਾਂ ਨੇ। ਜੀ ਉਸ ਤੋਂ ਮਗਰੋਂ ਜਦੋਂ ਮੈਨੂੰ ਪਾਰਲੀਮੈਂਟ ਦੀ ਟਿਕਟ ਮਿਲ ਗਈ, ਜਿੱਥੇ ਮੈਂ 9,500 ਵੋਟ ਤੋਂ ਇੱਕ ਹਲਕੇ ਚੋਂ ਜੈਤੋ ਹਲਕੇ ਚੋਂ ਹਾਰਿਆ ਸੀ, ਉਸੇ ਹਲਕੇ ਚੋਂ 18,500 ਵੋਟ ਮੈਨੂੰ ਵੱਧ ਮਿਲੀ। ਹੁਣ ਤੁਸੀਂ 9.5 ਅਤੇ 18.5 ਇਹ ਦੋਨੋਂ ਗਿਣ ਕੇ ਦੇਖ ਲਓ ਵੀ ਕਿੰਨੀ ਕਵਰੇਜ ਹੋਈ ਹੈ ਜੀ ਜੀ। ਅਸੀਂ ਕਿੰਨਾ ਕੁ ਕਵਰ ਕਰ ਲਿਆ। ਇਹ ਸਾਡੀ ਸੇਵਾ ਦੀ ਬਦੌਲਤ ਹੈ, ਪਾਰਟੀ ਦੀ ਟਿਕਟ ਦੀ ਬਦੌਲਤ ਹੈ। ਜੋ ਵੀ ਕੁਝ ਕਹਿ ਲਓ, ਜੋ ਵੀ ਤੁਸੀਂ ਸਮਝ ਲਵੋ, ਇਹ ਉਸ ਵਾਸਤੇ ਸੀਗਾ। ਇਸ ਕਰਕੇ ਮੈਂ ਸਮਝਦਾ ਲੋਕ ਸਾਡੇ ਤੇ ਖੁਸ਼ ਵੀ ਨੇ, ਲੋਕਾਂ ਦੇ ਨਾਲ ਸਾਡਾ ਕੰਟੈਕਟ ਵੀ ਹੈਗਾ। ਇਹ ਹੁਣ ਪਾਰਟੀ ਨੇ ਦੇਖਣਾ ਵੀ ਉਹਨੇ ਪਾਰਟੀ ਨੇ ਕੀ ਕਰਨਾ ਕੀ ਨਹੀਂ ਕਰਨਾ। ਅਸੀਂ ਹਾਂ ਇਹ ਜ਼ਰੂਰ ਹੈ, ਜਿਹੜਾ ਬੰਦਾ ਜਿੱਥੇ ਸੇਵਾ ਕਰਦਾ ਉਹਦਾ ਦਾਅਵਾ ਹੁੰਦਾ ਵੀ ਮੈਂ ਲੋਕਾਂ ਨਾਲ ਮੇਰਾ ਤਾਲਮੇਲ ਹੈਗਾ, ਭਾਈ ਅਸੀਂ ਸੀਟ ਕੱਢ ਸਕਦੇ ਹਾਂ। ਇਸ ਕਰਕੇ ਸਾਨੂੰ ਪਾਰਟੀ ਜੇ ਨਿਵਾਜੂਗੀ ਤਾਂ ਮੈਂ ਸਮਝਦਾ ਉਹ ਸੀਟ ਨਿਕਲ ਵੀ ਆਊਗੀ। ਇੱਕ ਹੋਰ ਜਿਹੜੀਆਂ ਜੋ ਚਰਚਾ ਵੀ ਬਣੀ ਰਹੀ ਪਿਛਲੇ ਦਿਨਾਂ ਦੇ ਵਿੱਚ, ਉਹ ਇਹ ਸੀ ਕਿ ਜਦੋਂ ਤੋਂ ਰੁਪਿੰਦਰ ਰੂਬੀ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਨੇ ਜੀ, ਉਹਨਾਂ ਨੇ, ਕਿਉਂਕਿ ਉਹਨਾਂ ਨੇ ਕਿਸੇ ਰਿਜ਼ਰਵ ਸੀਟ ਤੋਂ ਹੀ ਚੋਣ ਲੜਨੀ ਆ, ਤਾਂ ਜੈਤੋ ਦਾ ਨਾਮ ਵੀ ਕਾਫੀ ਚਰਚਾ ਦੇ ਵਿੱਚ ਰਿਹਾ ਕਿ ਰੁਪਿੰਦਰ ਰੂਬੀ ਹੋਰਾਂ ਨੂੰ ਜੈਤੋ ਤੋਂ ਲਿਆ ਕੇ ਚੋਣ ਲੜਾਈ ਜਾ ਸਕਦੀ ਹੈ। ਉਹਨਾਂ ਦੇ ਆਪਣੇ ਹਲਕੇ ਤੋਂ ਲਿਆ ਕੇ, ਹਲਕਾ ਬਠਿੰਡਾ ਦਿਹਾਤੀ ਤੋਂ, ਉਹਨਾਂ ਨੂੰ ਇੱਥੇ ਮਤਲਬ ਚੋਣ ਲੜਵਾਈ ਜਾ ਸਕਦੀ ਆ। ਅੱਛਾ, ਸਵਾਗਤ ਕਰੋਗੇ? ਨਹੀਂ, ਮੇਰਾ ਤਾਂ ਸਵਾਗਤ ਹੈ। ਕੋਈ ਵੀ ਪਾਰਟੀ ਟਿਕਟ ਤੇ ਕੋਈ ਲੜਦਾ ਮੇਰੇ ਵੱਲੋਂ ਸਵਾਗਤ ਹੈ। ਪਰ ਮੈਂ ਆਪ ਨੂੰ ਇੱਕ ਗੱਲ ਦੱਸਦਾ, ਇਕੱਲੀ ਰੂਬੀ ਜੀ ਨਹੀਂ, ਮੈਂ ਇੱਕ ਦੋ ਨਾਂ ਹੋਰ ਵੀ ਸੁਣੇ ਨੇ। ਉਹ ਮੈਨੂੰ ਇੱਕ ਪੁਰਾਣੀ ਗੱਲ ਚੇਤੇ ਆਉਂਦੀ ਹੈ। ਕੋਈ ਬੰਦਾ ਮਾਤਰ ਸਾਥੀ ਵਿਚਾਰਾ ਗਰੀਬ ਜਿਹਾ ਸੀਗਾ, ਉਹ ਹੱਥ ਦਿਖਾਉਣ ਚੱਲਿਆ ਗਿਆ ਜੀ। ਤੇ ਪੰਡਿਤ ਜੀ ਕਹਿੰਦੇ ਤੇਰਾ ਰਾਹੂ ਕੇਤੂ ਦੇ ਘਰੇ ਬੈਠਾ, ਕੇਤੂ ਸ਼ਨੀ ਦੇ ਘਰੇ ਬੈਠਾ, ਸ਼ਨੀ ਬੁੱਧ ਦੇ ਘਰੇ ਬੈਠਾ। ਉਹ ਹੱਥ ਖਿੱਚ ਕੇ ਕਹਿੰਦਾ ਕੋਈ ਆਪਣੇ ਘਰ ਵੀ ਹੈਗਾ ਜਾਂ ਦੂਜੇ ਦੇ ਘਰੇ ਬੈਠੇ। ਮੇਰਾ ਮਤਲਬ ਤਾਂ ਇਹ ਹੈ ਵੀ ਸਾਡੇ ਘਰੇ ਕੋਈ ਆਉਂਦਾ ਵੈਲਕਮ ਜੀ ਆਇਆਂ ਨੂੰ, ਹੈ ਜੀ। ਪਰ ਆਪਣੇ ਘਰੇ ਤੁਸੀਂ ਰਹੋ, ਖੁਸ਼ ਰਹੋਗੇ, ਲੋਕ ਵੀ ਖੁਸ਼ ਹੋਣਗੇ, ਤੁਸੀਂ ਵੀ ਖੁਸ਼ ਹੋਵੋਗੇ। ਮੈਂ ਭਾਈ ਜੇ ਆਉਣਾ ਹੀ ਹੈ ਮਹਿਮਾਨ ਬਣ ਕੇ ਆ ਜਾਓ। ਮੈਂ ਕੀ ਕਹਿ ਸਕਦਾ, ਇਹ ਪਾਰਟੀ ਦੇ ਹੁਕਮਾਂ ਦੀ ਗੱਲ ਹੈ। ਪਰ ਇਹ ਗੱਲ ਜ਼ਰੂਰ ਹੈ ਵੀ ਆਪਣੇ ਆਪਣੇ ਘਰ ਜੇ ਤੁਸੀਂ ਸੇਵਾ ਕੀਤੀ ਹੈ ਤਾਂ ਤੁਹਾਨੂੰ ਚਾਹੀਦਾ ਇਹ ਹੈ ਵੀ ਤੁਹਾਨੂੰ ਉੱਥੇ ਹੀ ਵਿਸ਼ਵਾਸ ਚਾਹੀਦਾ, ਉੱਥੇ ਆਪਣੇ ਆਪ 'ਤੇ ਯਕੀਨ ਚਾਹੀਦਾ, ਉੱਥੇ ਵੋਟਰਾਂ 'ਤੇ ਯਕੀਨ ਚਾਹੀਦਾ, ਉੱਥੇ ਵੋਟਰਾਂ ਦੀ ਸਿੰਪਥੀ ਚਾਹੀਦੀ ਹੈ। ਜੇ ਤੁਸੀਂ ਦੂਜਿਆਂ ਦੇ ਘਰੇ ਜਾ ਕੇ ਸਮਝਦੇ ਹੋ ਵੀ ਅਸੀਂ ਪਾਰਟੀ ਦੀ ਝੋਲੀ 'ਚ ਟਿਕਟ ਪਾ ਦੇਵਾਂਗੇ, ਵੈਲਕਮ, ਜਿੱਥੇ ਜੀ ਕਰਦਾ ਆਓ, ਕਿਉਂਕਿ ਜਮਹੂਰੀਅਤ ਹੈ, ਡੈਮੋਕ੍ਰੇਸੀ ਹੈ। ਕੋਈ ਬੰਦਾ ਨਾ ਰੋਕ ਸਕੇ ਨਾ ਟੋਕ ਸਕੇ, ਹੈ ਜੀ। ਮੈਂ ਕਾਂਗਰਸੀ ਹੋਣ ਦੇ ਨਾਤੇ ਉਸ ਹਲਕੇ ਦਾ ਪਾਰਲੀਮੈਂਟ ਮਤਲਬ ਸੇਵਾਦਾਰ ਹੋਣ ਕਰਕੇ, ਹੈ ਜੀ, ਤੇ ਮੇਰੀ ਤਾਂ ਡਿਊਟੀ ਹੈ ਵੀ ਮੈਂ 9 ਦੇ 9 ਹਲਕਿਆਂ 'ਚ ਘੁੰਮੂੰਗਾ ਔਰ ਲੋਕਾਂ ਨੂੰ ਕਹੂੰਗਾ ਵੀ ਕਾਂਗਰਸ ਨੂੰ ਵੋਟ ਪਾਓ ਭਾਈ। ਜਾਣੀ ਖੁੱਲੇ ਦਿਲ ਨਾਲ ਸਵਾਗਤ ਕਰੋਗੇ। ਤੁਹਾਡੀ ਕੋਈ ਕਿਸੇ ਤਰ੍ਹਾਂ ਦੀ ਕੋਈ ਵਿਰੋਧਤਾ ਬਗਾਵਤ ਨਹੀਂ ਹੋਊਗੀ ਉਹਨਾਂ ਉਸ ਟਾਈਮ ਦੇ ਵਿੱਚ? ਮੈਂ ਆਪ ਜੀ ਨੂੰ ਨਿੱਕੀ ਜਿਹੀ ਗੱਲ ਦੱਸ ਦਿੰਦਾ, ਮੈਂ ਇਹ ਤਾਂ ਕਹਿ ਨਹੀਂ ਸਕਦਾ ਵੀ ਮੈਂ ਧਰਮ ਪੁੱਤਰ ਹਾਂ, ਸਿੱਧੀ ਜਿਹੀ ਗੱਲ ਹੈ, ਕਿਉਂਕਿ ਬੰਦਾ ਗਲਤੀਆਂ ਦਾ ਪੁਤਲਾ ਹੈ, ਗਲਤੀਆਂ ਹੋ ਜਾਂਦੀਆਂ ਨੇ। ਪਰ ਮੈਂ ਜਦ ਤੋਂ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੀ ਸਟੇਜ 'ਤੇ ਗਾਇਆ, ਉਹਨਾਂ ਨੂੰ ਦੇਖਿਆ, ਉਦੋਂ ਤੋਂ ਮੇਰੇ ਦਿਲ ਦਿਮਾਗ ਦੇ ਵਿੱਚ ਔਰ ਖੂਨ ਦੇ ਵਿੱਚ ਕਾਂਗਰਸ ਹੈ। ਮੈਂ ਤੁਹਾਨੂੰ ਸਾਫ਼ ਗੱਲ ਦੱਸ ਦਿੰਦਾ ਜੀ। ਇਹ ਸਨ 60 ਕੇ 61 ਦੀ ਗੱਲ ਹੈ। ਮੈਂ ਉਦੋਂ ਨਵਾਂ ਸੀਗਾ, ਜਵਾਨ ਸੀ, 18-19 ਸਾਲ ਦੀ ਮੇਰੀ ਉਮਰ ਸੀ। ਤੇ ਉਦੋਂ ਦੀ ਗੱਲ ਹੈ, ਉਹ ਪੰਡਿਤ ਜੀ ਦਾ ਪੰਜਾਬ ਦਾ ਲਾਸਟ ਦੌਰਾ ਸੀਗਾ, ਆਖਰੀ ਦੌਰਾ ਸੀਗਾ। ਤੇ ਉਦੋਂ ਤੋਂ ਲੈ ਕੇ ਫਿਰ ਮੈਂ ਪਬਲਿਕ ਰਿਲੇਸ਼ਨ 'ਚ 6 ਸਾਲ ਸੇਵਾ ਕੀਤੀ, ਹੈ ਜੀ। ਫਿਰ ਉਸ ਤੋਂ ਮਗਰੋਂ ਮੈਂ ਕਾਂਗਰਸ ਪਾਰਟੀ ਦੇ ਨਾਲ ਮੇਰਾ ਤਾਲਮੇਲ ਰਿਹਾ। ਗਿਆਨੀ ਜ਼ੈਲ ਸਿੰਘ ਜੀ ਦੀ ਸੇਵਾ ਕੀਤੀ, ਸਰਦਾਰ ਬੇਅੰਤ ਸਿੰਘ ਦੀ ਸੇਵਾ ਕੀਤੀ, ਜਿਹੜੇ ਹੋਰ ਜਿਵੇਂ ਰਾਮ ਕਿਸ਼ਨ ਜੀ ਸੀਗੇ ਉਹਨਾਂ ਦੀ, ਹੈ ਜੀ, ਮੁਸਾਫਰ ਸਾਹਿਬ ਸੀਗੇ CM ਬਣੇ, ਸਰਦਾਰ ਪ੍ਰਤਾਪ ਸਿੰਘ ਕੈਰੋਂ, ਜਿਨ੍ਹਾਂ ਨੇ ਇਹ ਕਹਿ ਕੇ ਉਸ ਵੇਲੇ ਦੇ ਚੀਫ ਪਾਰਲੀਮੈਂਟਰੀ ਸੈਕਟਰੀ ਸਰਦਾਰ ਗੁਲਾਬ ਸਿੰਘ ਜੀ ਨੂੰ ਕਿਹਾ ਬਈ ਇਹ ਮੁੰਡਾ ਜਿਹੜਾ ਗਾ ਰਿਹਾ ਇਹ ਤੇਰੇ ਮਹਿਕਮੇ ਦਾ? ਕਹਿੰਦੇ ਜੀ ਮੈਨੂੰ ਨਹੀਂ ਪਤਾ। ਪਰ ਕਹਿੰਦੇ ਜੇ ਨਹੀਂ ਪਤਾ ਇਹਨੂੰ ਰੱਖ ਲਾ। ਮਤਲਬ ਮੇਰੇ ਸਾਹਮਣੇ ਇਹ ਗੱਲ ਚੰਡੀਗੜ੍ਹ ਦੀ ਹੈ। ਇੱਕ ਮਾਲ ਮੰਤਰੀ ਹੁੰਦੇ ਸੀ ਸਰਦਾਰ ਅਜਮੇਰ ਸਿੰਘ, ਸਮਰਾਲੇ ਤੋਂ ਸੀਗੇ, ਹੈ ਜੀ। ਉਹਨਾਂ ਦੀ ਬੱਚੀ ਦਾ ਵਿਆਹ ਸੀਗਾ, ਉੱਥੇ ਦੀ ਗੱਲ ਹੈ। ਮੈਨੂੰ ਉਹ ਲੈ ਗਏ ਸੀ ਕਿ ਬਈ ਉੱਥੇ ਤੂੰ ਇਹ ਗੀਤ ਗਾਉਣਾ ਇੱਕ। ਮੈਂ ਕਿਹਾ ਜੀ ਚੰਗਾ, ਮੈਂ ਗਾ ਦੂੰਗਾ। ਤੇ ਮੇਰੇ ਸਾਹਮਣੇ ਉਦੋਂ ਆ ਜਿਹੜੀ ਹੈ ਸਿਕਿਉਰਿਟੀ ਵਗੈਰਾ ਇਹ ਇੰਨੀ ਟਾਈਟ ਨਹੀਂ ਸੀ ਹੁੰਦੀ, ਬਿਲਕੁਲ ਸਾਹਮਣੇ ਬੈਠੇ ਸੀਗੇ। ਜਦੋਂ ਮੈਂ ਗਾ ਰਿਹਾ ਸੀਗਾ, ਉਹ ਗਾਣਾ ਵੀ ਮੈਨੂੰ ਉਹਨਾਂ ਨੇ ਕਿਹਾ, ਉਦੋਂ ਚਾਈਨਾ ਕ੍ਰਿਸ਼ਨ ਹੋਇਆ ਸੀਗਾ, ਮਤਲਬ ਚਾਈਨਾ ਦਾ ਅਟੈਕ ਹੋਇਆ ਸੀਗਾ। ਤੇ ਮੈਂ ਇੱਕ ਗੀਤ ਜਦੋਂ ਉਸ ਵੇਲੇ
ਲੋਕਾਂ ਤੋਂ ਸੋਨਾ ਇਕੱਠਾ ਕੀਤਾ ਜਾ ਰਿਹਾ ਸੀਗਾ ਵੀ ਸਾਡਾ ਮੁਲਕ ਗਰੀਬ ਹੈ ਭਾਈ, ਸੋਨਾ ਦਿਓ, ਜੀ। ਅਸੀਂ ਹਥਿਆਰ ਖਰੀਦ ਲੈਂਦੇ ਹੈ ਜੀ। ਉਦੋਂ ਸੰਗਰੂਰ ਦੇ ਵਿੱਚ ਮੈਂ ਇੱਕ ਗੀਤ ਗਾਇਆ ਸੀ ਚਮਨ ਲਾਲ ਸ਼ੁਗਲ ਜੀ ਦਾ, ਵਤਨਾਂ ਦੇ ਕੰਮ ਆ ਗਿਆ ਹੋ ਕੇ ਜੰਗ 'ਚ ਸ਼ਹੀਦ ਸਿਪਾਹੀ, ਦੇਵੋ ਨੀ ਵਧਾਈਆਂ ਆਣ ਕੇ, ਉਹ ਤਾਂ ਮੇਰਾ ਸੀ ਢੋਲ ਚੱਲ ਮਾਹੀ। ਜੀ। ਇਹ ਜਦੋਂ ਮੈਂ ਗੀਤ ਗਾਇਆ ਤੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਨਾ ਨੱਤੀਆਂ ਬਹੁਤ ਪਾਉਂਦੇ ਨੇ ਮੁੰਡੇ ਹੈ ਜੀ, ਤੇ ਅੰਗੂਠੀ ਗਾਠੀ ਆਮ ਹੀ ਹੁੰਦੀ ਹੈ, ਤੇ ਉਹਨਾਂ ਨੇ ਲਾ ਕੇ ਸਟੇਜ ਤੇ ਉੱਥੇ ਰੱਖ ਦਿੱਤੀਆਂ। ਤੇ ਸਰਦਾਰ ਅਜਮੇਰ ਸਿੰਘ ਜੀ ਨੇ, ਮੰਤਰੀ ਜੀ ਨੇ ਡੀਸੀ ਸਾਹਿਬ ਨੂੰ ਪੁੱਛਿਆ ਵੀ ਮੁੰਡਾ ਕੌਣ ਹੈ? ਉਹ ਕਹਿੰਦੇ ਜੀ ਪਬਲਿਕ ਰਿਲੇਸ਼ਨ 'ਚ ਹੈ ਜੀ, ਨਵਾਂ ਹੀ ਹੈ, ਬਹੁਤਾ ਪੁਰਾਣਾ ਨਹੀਂ ਹੈ। ਉਹ ਕਹਿੰਦੇ ਵੀ ਇਹਨੂੰ ਚੰਡੀਗੜ੍ਹ 4 ਮਾਰਚ ਸੀ ਸ਼ਾਇਦ, ਜੀ, ਵੀ ਉੱਥੇ ਭੇਜੋ, ਮੇਰੀ ਲੜਕੀ ਦਾ ਵਿਆਹ ਹੈ, ਇਹਨੂੰ ਭੇਜ ਦਿਓ ਉੱਥੇ। ਜੀ, ਮੈਨੂੰ ਉੱਥੇ ਭੇਜ ਦਿੱਤਾ ਗਿਆ। ਉਹਨਾਂ ਨੇ ਸਟੇਜ ਲਾ ਕੇ ਜਦੋਂ ਮੈਨੂੰ ਕਿਹਾ ਨਾ ਵੀ ਕਾਕਾ ਤੂੰ ਉਹੀ ਗੀਤ ਗਾਉਣਾ ਜੰਗ 'ਚ ਸ਼ਹੀਦ ਸਿਪਾਹੀ ਵਾਲਾ, ਜੀ, ਉਹ ਮੈਂ ਕਲਾਕਾਰ ਹੋਣ ਦੇ ਨਾਤੇ ਮੈਂ ਉਹਨਾਂ ਨੂੰ ਕਹਿ ਬੈਠਾ, ਮੈਂ ਕਿਹਾ ਜੀ ਬੀਬਾ ਜੀ ਦਾ ਵਿਆਹ ਹੈ, ਸ਼ਗਨ ਦੀ ਗੱਲ ਹੈ, ਜੀ, ਤੇ ਮੈਂ ਸ਼ਹੀਦਾਂ ਦੇ ਗੀਤ ਗਾਉਂਦਾ ਉਹ ਠੀਕ ਲੱਗੂਗਾ? ਜੀ। ਮੈਨੂੰ ਕਹਿੰਦਾ ਤੇਰੇ ਕਹਿਣ ਨਾਲ ਕੋਈ ਸ਼ਹੀਦ ਨਹੀਂ ਹੁੰਦਾ, ਤੇਰੇ ਕਹਿਣ ਨਾਲ ਕੋਈ ਮਰਦਾ ਨਹੀਂ ਹੈ, ਉਹੀ ਗੀਤ ਗਾ। ਮੈਂ ਭਾਈ ਉਹੀ ਗੀਤ ਗਾਤਾ। ਜੀ। ਉਦੋਂ ਸਰਦਾਰ ਪ੍ਰਤਾਪ ਸਿੰਘ ਕੈਰੋਂ ਨੇ, ਗੁਲਾਬ ਸਿੰਘ ਜੀ ਜਿਹੜੇ ਚੀਫ ਪਾਰਲੀਮੈਂਟਰੀ ਸੈਕਟਰੀ ਸੀਗੇ ਤੇ ਪਬਲਿਕ ਰਿਲੇਸ਼ਨ ਦੇ ਉਹ ਇੰਚਾਰਜ ਸੀਗੇ, ਜੀ। ਉਹਨਾਂ ਨੂੰ ਕਿਹਾ ਵੀ ਇਹ ਮੁੰਡਾ ਕੌਣ ਹੈ? ਉਹ ਕਹਿੰਦੇ ਜੀ ਮੈਂ ਨਹੀਂ ਜਾਣਦਾ। ਫਿਰ ਉਹਨੂੰ ਮਾਈਕ ਵਿੱਚ ਰੱਖੋ। ਉਦੋਂ ਮੈਨੂੰ ਰੱਖ ਲਿਆ। ਮੇਰਾ ਮਤਲਬ ਹੈ ਮੈਂ ਇੱਕ ਤਾਂ ਮੇਰੀ ਖੁਸ਼ਕਿਸਮਤੀ ਇਹ ਹੈ ਵੀ ਜਿੰਨੇ ਪੰਜਾਬ ਦੇ ਚੀਫ ਮਿਨਿਸਟਰ ਹੋਏ ਨੇ ਜੀ, ਕਾਂਗਰਸ ਦੇ, ਮੈਂ ਉਹਨਾਂ ਦੀ ਸਟੇਜ ਤੇ ਗਾਇਆ। ਜੀ, ਜਿੰਨੇ ਹਿੰਦੁਸਤਾਨ ਦੇ ਵਿੱਚ ਪ੍ਰਧਾਨ ਮੰਤਰੀ ਬਣੇ ਨੇ ਜੀ। ਕਾਂਗਰਸ ਦੇ, ਸਰਦਾਰ ਮਨਮੋਹਨ ਸਿੰਘ ਜੀ ਤੱਕ, ਮੈਂ ਉਹਨਾਂ ਦੀ ਸਟੇਜ ਤੇ ਸਾਰਿਆਂ ਦੇ ਤੇ ਗਾਇਆ। ਜੀ। ਇਹ ਮੇਰੀ ਖੁਸ਼ਕਿਸਮਤੀ ਹੈ। ਤੇ ਮੇਰੇ ਕਹਿਣ ਦਾ ਭਾਵ ਇਹ ਹੈ, ਮੈਂ ਇੱਕ ਕਾਂਗਰਸ ਦਾ ਵਰਕਰ ਹਾਂ, ਕਾਂਗਰਸ ਵਾਸਤੇ ਕੰਮ ਕਰਦਾ। ਹੁਣ ਜੇ ਡਿਊਟੀ ਲੱਗੀ ਵੀ ਟਿਕਟ ਪਾਈ ਕਿਸੇ ਨੂੰ ਵੀ ਮਿਲੇ ਤੁਸੀਂ ਇਹ ਕੰਮ ਕਰਨਾ ਹੈ, ਮੈਂ ਕਰੂੰਗਾ। ਮੇਰੇ ਕੋਲ ਕੋਈ ਇਨਕਾਰ ਨਹੀਂ ਹੈ, ਔਰ ਤਨਦੇਹੀ ਨਾਲ ਕਰੂੰਗਾ, ਇਮਾਨਦਾਰੀ ਨਾਲ ਕਰੂੰਗਾ। ਐਸੀ ਕੋਈ ਗੱਲ ਨਹੀਂ ਹੈਗੀ। ਹਾਂ, ਬੰਦੇ ਦਾ ਥੋੜ੍ਹਾ ਜਿਹਾ ਜੋਸ਼ ਮੱਠਾ ਜ਼ਰੂਰ ਹੋ ਜਾਂਦਾ ਜਦੋਂ ਉਹ ਇਹ ਦੇਖਦਾ ਵੀ ਮੇਰੀ ਸੇਵਾ ਦੀ ਕੋਈ ਕਦਰ ਨਹੀਂ ਪਈ, ਕੋਈ ਕੀਮਤ ਨਹੀਂ ਪਈ। ਉਦੋਂ ਥੋੜ੍ਹਾ ਜਿਹਾ ਮੱਠਾ ਜ਼ਰੂਰ ਹੋ ਜਾਂਦਾ, ਪਰ ਇਹਦਾ ਇਹ ਮਤਲਬ ਨਹੀਂ ਹੈ ਵੀ ਮੈਂ ਚੁੱਪ ਕਰਕੇ ਬੈਠ ਜਾਊਗਾ। ਮੈਂ ਪਾਰਟੀ ਵਰਕਰ ਹਾਂ, ਪਾਰਟੀ ਦੀ ਸੇਵਾ ਕਰੂੰਗਾ। ਸਦੀਕ ਸਾਹਿਬ, ਜੋ ਐਪੀਸੋਡ ਹੋਇਆ ਕੈਪਟਨ ਅਮਰਿੰਦਰ ਸਿੰਘ ਹੋਰਾਂ ਵਾਲਾ, ਤੁਸੀਂ ਬਹੁਤ ਨਜ਼ਦੀਕੀ ਰਹੇ ਹੋ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ। ਕਿਤੇ ਕਿਤੇ ਇਹ ਵੀ ਚਰਚਾ ਹੁੰਦੀ ਸੀ ਕਿ ਧੜੇਬੰਦੀਆਂ ਹੋ ਰਹੀਆਂ ਜੀ, ਇੱਕ ਧੜਾ ਨਵਜੋਤ ਸਿੰਘ ਸਿੱਧੂ ਦਾ ਬਣ ਰਿਹਾ, ਦੂਜਾ ਧੜਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਬਣ ਰਿਹਾ, ਔਰ ਤੁਹਾਨੂੰ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਧੜੇ ਦੇ ਵਿੱਚ ਗਿਣਿਆ ਜਾਣ ਲੱਗਾ ਸੀ ਕਿ ਜਦੋਂ ਵੀ ਗੱਲ ਹੁੰਦੀ ਹੈ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਹੱਕ ਦੀ ਗੱਲ ਕਰਦੇ ਨੇ, ਆਪਣੇ ਮੁੱਖ ਮੰਤਰੀ ਦੇ ਹੱਕ ਦੀ ਗੱਲ ਕਰਦੇ ਨੇ। ਕੀ ਮੰਨਦੇ ਹੋ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਨਾਲ ਜੋ ਕੁਝ ਹੋਇਆ ਉਹ ਸਮੇਂ ਦੀ ਲੋੜ ਸੀ, ਠੀਕ ਹੋਇਆ ਜਾਂ ਫਿਰ ਗਲਤ ਹੋਇਆ? ਤੁਹਾਡਾ ਪਹਿਲਾ ਸਵਾਲ ਹੈ ਵੀ ਮੈਂ ਕੈਪਟਨ ਸਾਹਿਬ ਦੀ ਬੜੀ ਤਾਰੀਫ ਕਰਦਾ ਸੀ। ਕੈਪਟਨ ਸਾਹਿਬ ਮੇਰੇ ਤੇ ਬਹੁਤ ਮਿਹਰਬਾਨ ਸੀ, ਬਹੁਤ ਧੜੀ ਸੀਗਾ। ਰਵੀ ਜੀ, ਗੱਲ ਇਹ ਹੈ ਵੀ ਉਹਨਾਂ ਦਾ ਮੇਰੇ ਤੇ ਅਹਿਸਾਨ ਨੇ। ਉਹਨਾਂ ਨੇ ਮੈਨੂੰ ਟਿਕਟ ਦਿਵਾਈ ਜੀ, MLA ਦੀ ਵੀ, ਉਹਨਾਂ ਨੇ ਮੈਨੂੰ MP ਦੀ ਵੀ ਟਿਕਟ ਦਿਵਾਈ। ਜੀ, ਚਲੋ ਮੈਂ ਜਿੱਤ ਗਿਆ। ਜੀ, ਹੁਣ ਪੋਜੀਸ਼ਨ ਇਹ ਹੈ, ਬੰਦੇ ਨੂੰ ਅਹਿਸਾਨ ਫਰਾਮੋਸ਼ ਨਹੀਂ ਹੋਣਾ ਚਾਹੀਦਾ। ਪਰ ਜਦੋਂ ਉਹਨਾਂ ਨੇ ਪਾਰਟੀ ਛੱਡ ਦਿੱਤੀ ਲੈ, ਮੈਂ ਉਦੋਂ ਉਹਨਾਂ ਤੋਂ ਪਰੇ ਹੋਇਆ ਜਦੋਂ ਮਹਾਰਾਣੀ ਪ੍ਰਨੀਤ ਕੌਰ ਜੀ ਨੇ ਵੀ ਕਹਿ ਦਿੱਤਾ ਵੀ ਮੈਂ ਪਾਰਟੀ ਨਹੀਂ ਛੱਡੂਗੀ। ਵੈਸੇ ਮੇਰਾ ਪਰਿਵਾਰ, ਮੈਂ ਪਰਿਵਾਰ ਦੇ ਨਾਲ ਜੀ, ਤਾਂ ਇਸ ਕਰਕੇ ਮੈਂ ਪਾਰਟੀ ਦੇ ਨਾਲ ਹਾਂ। ਮੈਨੂੰ ਹਾਈ ਕਮਾਂਡ ਨੇ ਪੁੱਛਿਆ, ਮੈਂ ਪਾਰਟੀ ਦੇ ਨਾਲ ਹਾਂ। ਜੀ। ਮੈਨੂੰ ਮੇਰੇ ਮੰਤਰੀ ਜਿਹੜੇ ਇਸ ਵੇਲੇ ਮੁੱਖ ਮੰਤਰੀ ਨੇ, ਉਹਨਾਂ ਨੇ ਪੁੱਛਿਆ ਹਾਂ ਭਾਈ ਤੂੰ ਕਿਹਦੇ ਨਾਲ? ਮੈਂ ਪਾਰਟੀ ਨਾਲ ਹਾਂ। ਇਸ ਕਰਕੇ ਮੈਂ ਪਾਰਟੀ ਛੱਡਣੀ ਤਾਂ ਮੇਰੇ ਵਾਸਤੇ ਮੁਸ਼ਕਿਲ ਹੈ। ਅਦਬ ਮੈਂ ਬਹੁਤ ਕਰਦਾ, ਸਾਰਿਆਂ ਦਾ ਹੀ ਕਰਦਾ, ਜਿਨ੍ਹਾਂ ਲੋਕਾਂ ਨੇ ਮੇਰੇ ਤੇ ਕਦੇ ਅਹਿਸਾਨ ਕੀਤੇ ਨੇ ਜਾਂ ਕਰ ਰਹੇ ਨੇ ਜਾਂ ਕਰਨਗੇ। ਮੈਂ ਅਹਿਸਾਨ ਫਰਾਮੋਸ਼ ਨਹੀਂ ਹਾਂ। ਮੈਂ ਉਹਨਾਂ ਦਾ ਅਹਿਸਾਨ ਮੰਨ ਕੇ ਅਦਬ ਸਤਿਕਾਰ ਉਹ ਜ਼ਰੂਰ ਮੇਰੇ ਮਨ 'ਚ ਹੈਗਾ। ਜਦੋਂ ਟਿਕਟਾਂ ਦੀ ਵੰਡ ਹੋਣੀ ਆ, ਦੇਖੋ ਇਹ ਸਿਆਸਤ ਆ, ਸਿਆਸਤ ਦੇ ਵਿੱਚ ਕਈ ਚੀਜ਼ਾਂ ਦੇ ਜੋੜ ਤੋੜ ਲੱਗਦੇ ਹੁੰਦੇ ਆ। ਜਦੋਂ ਟਿਕਟਾਂ ਦੀ ਵੰਡ ਹੋਣੀ ਆ, ਮੇਰਾ ਖਿਆਲ ਤੁਸੀਂ ਮੇਰਾ ਸਵਾਲ ਸਮਝ ਰਹੇ ਹੋ, ਜਦੋਂ ਟਿਕਟਾਂ ਦੀ ਵੰਡ ਹੋਣੀ ਆ ਉਦੋਂ ਇਹ ਵੀ ਤੁਹਾਡੇ ਜੋੜ ਤੋੜ ਜ਼ਰੂਰ ਉੱਥੇ ਰੱਖੇ ਜਾਣਗੇ, ਚਾਹੇ ਉਹ CM ਚੰਨੀ ਹੋਰਾਂ ਦੇ ਵੱਲੋਂ ਰੱਖੇ ਜਾਣ ਜਾਂ ਫਿਰ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਵੱਲੋਂ ਰੱਖੇ ਜਾਣ। ਤਾਂ ਉਹਨਾਂ ਜੋੜ ਤੋੜ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨਾਲ ਇੰਨੀ ਨੇੜਤਾ ਔਰ ਉਹਨਾਂ ਦੇ ਪੱਖ 'ਚ ਹਮੇਸ਼ਾ ਭੁਗਤਣਾ ਕੋਈ ਡੈਂਟ ਪਾ ਸਕਦਾ ਹੈ ਤੁਹਾਡੇ ਆਉਣ ਵਾਲੇ ਭਵਿੱਖ ਦੇ ਵਿੱਚ? ਜਿਹੜੇ ਉਸ ਵੇਲੇ ਟਿਕਟਾਂ ਦੀ ਵੰਡ ਕਮੇਟੀ 'ਚ ਬੈਠਣਗੇ ਹੈ ਜੀ, ਉਹ ਮੇਰੇ ਵਾਸਤੇ ਕੀ ਕਹਿੰਦੇ ਨੇ ਇਹ ਤਾਂ ਤੁਸੀਂ ਉਹਨਾਂ ਨੂੰ ਸਵਾਲ ਕਰੋ, ਮੈਨੂੰ ਤਾਂ ਕਰੋ ਨਾ ਜੀ, ਕਿਉਂਕਿ ਇਹ ਤਾਂ ਉਹੀ ਜਵਾਬ ਦੇ ਸਕਦੇ ਨੇ। ਹਾਂ, ਮੇਰੀ ਸੇਵਾ 'ਚ ਕੋਈ ਕਮੀ ਹੋਵੇ
ਜਾਂ ਪਾਰਟੀ ਪ੍ਰਤੀ ਮੇਰੀ ਕੋਈ ਗਲਤੀ ਹੋਵੇ ਜਾਂ ਕੁਝ ਮੈਂ ਪਾਰਟੀ ਦੇ ਖਿਲਾਫ ਕਿਤੇ ਬੋਲਿਆ ਹੋਵਾਂ ਜਾਂ ਮੇਰੇ ਮਨ 'ਚ ਹੋਵੇ, ਉਹਦੇ ਵਾਸਤੇ ਮੈਂ ਆਪ ਜੀ ਨੂੰ ਜਵਾਬ ਦੇ ਸਕਦਾ ਵੀ ਮੈਂ ਕੀਤਾ ਕਿ ਨਹੀਂ ਕੀਤਾ, ਕਰੂੰਗਾ ਕਿ ਨਹੀਂ ਕਰੂੰਗਾ। ਉਹਦੇ ਵਿੱਚ ਇਹ ਹੈ, ਮੈਂ ਪਾਰਟੀ ਵਰਕਰ ਹੈ, ਅੱਜ ਤੋਂ ਨਹੀਂ ਹੈਗਾ, ਮੈਨੂੰ 50 ਸਾਲ ਹੋ ਗਏ ਮੈਂ ਕੰਮ ਕਰ ਰਿਹਾ ਜੀ ਹੈ ਜੀ। ਮੈਂ ਆਪਣੀ ਤਾਰੀਫ ਨਹੀਂ ਕਰੂੰਗਾ, ਪਰ ਅੱਤਵਾਦ ਦੇ ਜ਼ਮਾਨੇ 'ਚ ਮੇਰਾ ਆਪਣਾ ਬੜਾ ਨਾਂ ਸੀਗਾ ਜੀ। ਉਦੋਂ ਲੋਕ ਇਕੱਠੇ ਨਹੀਂ ਸੀ ਹੁੰਦੇ ਜੀ ਇੱਕ ਤਾਂ ਅੱਤਵਾਦੀਆਂ ਦਾ ਬਹੁਤ ਡਰ ਸੀ, ਖੜਕੂਆਂ ਦਾ ਜੀ ਵੀ ਕਿਤੇ ਛਾਣਾ ਨਾ ਦੇ ਜਾਣ। ਇੱਕ ਲੋਕਾਂ ਦੇ ਮਨ ਦੇ ਵਿੱਚ ਹੋਰ ਗੁੱਸੇ ਸੀਗੇ, ਜੋ ਵੀ ਹੋਊਗਾ, ਜੋ ਹਾਲਾਤ ਸੀਗੇ, ਜੀ ਇਸ ਕਰਕੇ ਇਕੱਠੇ ਨਹੀਂ ਸੀ ਹੁੰਦੇ। ਪਰ ਮੈਨੂੰ ਸਰਦਾਰ ਬਿਆਨ ਸਿੰਘ ਨੇ ਕਿਹਾ, ਭਾਈ ਇਕੱਠ ਕਰ ਲੈ, ਤੂੰ ਆ ਜਾ। ਜੀ ਮੈਂ ਕਿਹਾ ਜੀ ਮੈਂ ਆ ਜਾਊਂਗਾ। ਔਰ ਮੈਂ ਉਹਨਾਂ 10 ਸਾਲਾਂ ਦੇ ਵਿੱਚ ਮੈਂ ਪਾਰਟੀ ਦੀ ਸੇਵਾ ਕੀਤੀ ਹੈ ਜੀ। ਔਰ ਉਸ ਵੇਲੇ ਤਾਂ ਪਾਰਟੀ ਕੋਲੇ ਪੈਸਾ ਵੀ ਕੋਈ ਨਹੀਂ ਸੀਗਾ, ਤੇ ਮੈਂ ਵੀ ਉਮੀਦ ਵਿੱਚ ਤੁਰਿਆ ਫਿਰਦਾ ਰਿਹਾ। ਤਾਂ ਮੇਰੇ ਕਹਿਣ ਦਾ ਭਾਵ ਇਹ ਹੈ, ਮੇਰੇ ਮਨ ਦੇ ਵਿੱਚ ਔਰ ਮੇਰੀ ਸੋਚ ਦੇ ਵਿੱਚ ਔਰ ਮੇਰੇ ਖੂਨ ਦੇ ਵਿੱਚ ਕਾਂਗਰਸ ਹੈਗੀ ਹੈ। ਜਾਣੀ ਇਹਨਾਂ ਚੀਜ਼ਾਂ ਨੂੰ ਵਿਚਾਰਿਆ ਜਾਣਾ ਚਾਹੀਦਾ ਉਸ ਵੇਲੇ। ਇਹ ਨਹੀਂ, ਉਹ ਆਪ ਉਹਨਾਂ ਦਾ ਕੀ ਵਿਚਾਰ ਹੈ, ਮੈਨੂੰ ਉਹਨਾਂ ਦੇ ਵਿਚਾਰਾਂ ਬਾਰੇ ਕੋਈ ਪਤਾ ਨਹੀਂ ਹੈ, ਲੇਕਿਨ ਮੈਂ ਸਮਝਦਾ ਮੈਂ ਜਿੱਥੇ ਗਲਤੀ ਕੀਤੀ ਹੈ ਮੈਨੂੰ ਦੱਸ ਦੇਣ, ਜਾਂ ਜੋ ਮੈਂ ਕਰਨਾ ਹੈ ਉਹ ਦੱਸ ਦੇਣ, ਭਾਈ ਤੂੰ ਆਹ ਕੁਛ ਕਰਨਾ ਹੈ। ਇਹ ਤੋਂ ਕਹਾ ਤਾਂ ਜੋ ਕੁਛ ਉਹਨਾਂ ਨੇ ਕਰਨਾ, ਇਹ ਤੁਸੀਂ ਉਹਨਾਂ ਨੂੰ ਪੁੱਛ ਸਕਦੇ, ਮੈਨੂੰ ਨਹੀਂ। ਜੈਤੋ ਦੇ ਲੋਕਾਂ ਲਈ ਕੀ ਕਰੋਗੇ? ਕਿਉਂਕਿ ਤੁਸੀਂ ਕਾਫੀ ਲੰਬੇ ਟਾਈਮ ਤੋਂ, ਜਦੋਂ ਤੁਸੀਂ ਵੀ ਉੱਥੋਂ ਵਿਧਾਨ ਸਭਾ ਚੋਣਾਂ ਲੜੀਆਂ, ਤੁਸੀਂ ਦੱਸ ਕੇ ਹਟੇ ਹੋ ਕਿ ਤੁਸੀਂ ਉੱਥੋਂ ਹਾਰੇ ਸੀ। ਉਸ ਤੋਂ ਬਾਅਦ ਦਾ 5 ਸਾਲ ਦਾ ਆਹ ਸਮਾਂ, ਜਦੋਂ ਉੱਥੇ ਤੁਸੀਂ ਲਗਾਤਾਰ ਲੋਕਾਂ ਦੇ ਨਾਲ ਵਿਚਰ ਰਹੇ ਹੋ, ਕਿਹੜੀਆਂ ਕਮੀਆਂ ਲੱਗਦੀਆਂ ਨੇ ਤੁਹਾਨੂੰ ਜੈਤੋ ਦੇ ਵਿੱਚ, ਜਾਂ ਲੋਕਾਂ ਨੂੰ ਕਿਸ ਤਰੀਕੇ ਲੋਕਾਂ ਨੂੰ ਡਿਵੈਲਪ ਕੀਤਾ ਜਾ ਸਕਦਾ, ਏਰੀਆ ਨੂੰ ਡਿਵੈਲਪ ਕੀਤਾ ਜਾ ਸਕਦਾ? ਕੀ ਸੋਚਿਆ ਤੁਸੀਂ, ਕੀ ਕਰੋਗੇ ਲੋਕਾਂ ਵਾਸਤੇ? ਮੈਂ ਆਪ ਜੀ ਨੂੰ ਥੋੜ੍ਹੇ ਜਿਹੇ ਕੰਮ ਉਹ ਦੱਸ ਦਿੰਦਾ ਜਿਹੜੇ ਮੇਰੇ ਹੱਥੀਂ ਹੋਏ ਨੇ, ਮੈਂ ਕਰਵਾਏ ਨੇ। 33 ਕਰੋੜ ਰੁਪਈਆ ਹੈ ਜੀ, ਇਹ ਕਿਸਾਨਾਂ ਦਾ ਮਾਫ ਕੀਤਾ ਉੱਥੇ ਜੀ, ਇਕੱਲੇ ਜੈਤੋ ਹਲਕੇ ਚ। 12 ਕਰੋੜ ਰੁਪਈਆ ਉਹਨਾਂ ਲੋਕਾਂ ਦਾ ਜਿਹੜੇ ਬੇਜ਼ਮੀਨੇ ਲੋਕ ਨੇ ਜੀ, ਉਹਨਾਂ ਦਾ ਮਾਫ ਕੀਤਾ ਗਿਆ। 37 ਕਰੋੜ ਰੁਪਈਆ ਮੈਂ ਸੀਵਰੇਜ ਤੇ ਲਾ ਦਿੱਤਾ ਜੈਤੋ ਦੇ ਵਿੱਚ ਹੈ ਜੀ। ਉਸ ਤੋਂ ਇਲਾਵਾ 7 ਕਰੋੜ ਰੁਪਈਆ ਮੰਡੀ ਦੀ ਡਿਵੈਲਪਮੈਂਟ ਤੇ ਲਾ ਦਿੱਤਾ ਜੀ। ਇਸ ਤੋਂ ਇਲਾਵਾ ਵੀ ਹਲਕਾ ਜੈਤੋ ਦੇ ਵਿੱਚ ਨੀਅਰ ਅਬਾਊਟ 35 ਕਰੋੜ ਰੁਪਈਆ ਮੈਂ ਖਰਚ ਚੁੱਕਿਆ। ਜਿੱਥੇ ਤੱਕ ਪਿੰਡਾਂ ਦਾ ਤਾਲੁਕ ਹੈ, MP ਲੈਂਡ ਫੰਡ ਦੇ ਵਿੱਚੋਂ ਮੈਂ ਜਿਮ ਦਿੱਤੇ ਨੇ 21 ਜੀ ਓਪਨ, 8 ਜਿਮ ਦਿੱਤੇ ਨੇ ਜਿਹੜੇ ਇੰਡੋਰ ਜਿਮ ਹੁੰਦੇ ਨੇ। ਇਸ ਤੋਂ ਇਲਾਵਾ ਮੈਂ ਵਾਟਰ ਟੈਂਕਰ ਦਿੱਤੇ ਨੇ 23 ਜੀ। ਇਸ ਤੋਂ ਇਲਾਵਾ ਮੈਂ ਬੈਂਚ ਸਕੂਲਾਂ ਵਾਸਤੇ ਦਿੱਤੇ ਨੇ 870 ਜੀ। RO ਲਵਾਏ ਨੇ ਸਕੂਲਾਂ ਵਿੱਚ ਬੱਚਿਆਂ ਦੇ ਵਾਸਤੇ, ਸ਼ੁੱਧ ਪਾਣੀ ਪੀਣ ਵਾਸਤੇ, ਉਹ 18 ਲਵਾਏ ਨੇ ਹੈ ਜੀ। ਇਸ ਤੋਂ ਇਲਾਵਾ ਮੈਂ ਹੋਰ ਬਹੁਤ ਕੰਮ ਕੀਤੇ ਨੇ। ਮੈਂ ਆਪਣੇ ਹਲਕੇ ਦੇ ਵਿੱਚ 3 ਬੜੀਆਂ ਬੱਸਾਂ ਵਿਦ ਵੈਂਟੀਲੇਟਰ, ਜਿਹਨੂੰ ਆਪਾਂ ਐਂਬੂਲੈਂਸ ਕਹਿੰਦੇ ਹਾਂ, 3 ਉਹ ਦਿੱਤੀਆਂ ਨੇ। 50 ਲੱਖ ਰੁਪਈਆ ਮੈਂ ਦਵਾਈਆਂ ਵਾਸਤੇ ਦਸ਼ਮੇਸ਼ ਮੈਡੀਕਲ ਜਿਹੜਾ ਆਪਣੇ ਬਣਿਆ ਹੋਇਆ ਫਰੀਦਕੋਟ ਦੇ ਵਿੱਚ, ਮਤਲਬ MP ਲੈਂਡ ਫੰਡ ਦੇ ਵਿੱਚ ਉਹਨੂੰ ਦਿੱਤਾ। ਹੋਰ ਮੇਰਾ ਇਸ ਵੇਲੇ 2-2.5 ਕਰੋੜ ਰੁਪਏ ਦਾ ਹੋਰ ਮੇਰਾ ਬਜਟ ਬਣਿਆ ਪਿਆ ਹੈ ਜੀ, ਉਹ ਦੇਣਾ ਹੈ। ਇੱਕ ਕੱਲੇ ਜੈਤੋ ਦੀ ਗੱਲ ਕਰ ਰਹੇ ਹੋ ਤੁਸੀਂ? ਕੱਲੇ ਜੈਤੋ ਦੇ ਵਿੱਚ ਜੀ ਹੈ ਜੀ। MP ਲੈਂਡ ਦੇ ਵਿੱਚੋਂ 2-2.5 ਕਰੋੜ ਰੁਪਇਆ ਹੋਰ ਜੈਤੋ ਨੂੰ ਜਾਣਾ। ਹਾਂ, ਮੋਗੇ ਦੇ ਵਿੱਚ ਮੈਂ ਹੈ ਜੀ 10,000 ਲਾਈਟਾਂ ਲਵਾਈਆਂ ਨੇ, ਜਿਹੜੀਆਂ ਉਹ ਲਾਈਟਾਂ ਨੇ ਜਿਹੜੀਆਂ 5 ਸਾਲ ਨਾ ਹਿੱਲਣਗੀਆਂ ਨਾ ਬੰਦ ਹੋਣਗੀਆਂ ਹੈ ਜੀ, ਕਿਉਂਕਿ ਠੇਕੇਦਾਰਾਂ ਤੋਂ ਕੰਮ ਨਹੀਂ ਕਰਵਾਇਆ ਜੀ। ਸਿੱਧਾ ਦਿੱਲੀ ਤੋਂ ਮਾਲ ਆਉਂਦਾ ਸੀਗਾ, ਔਰ ਮਾਲ ਨੂੰ ਇਹ ਕਹਿ ਕੇ ਵੀ ਜੇ ਖਰਾਬ ਹੋ ਗਿਆ ਨਾ, ਇਹਦੀ ਜ਼ਿੰਮੇਵਾਰੀ ਤੁਹਾਡੀ ਹੋਊਗੀ, ਉੱਥੋਂ ਬੰਦਾ ਭੇਜੋ ਜਾਂ ਤਾਂ ਠੀਕ ਕਰਕੇ ਜਾਵੇ, ਨਹੀਂ ਇਹਨੂੰ ਵਾਪਸ ਕਰੋ ਜੀ। ਇਹ ਜੀ। ਇਸ ਤੋਂ ਇਲਾਵਾ 5 ਵੈਂਟੀਲੇਟਰ ਮੋਗੇ ਵਿੱਚ ਵੀ ਦਿੱਤੇ ਨੇ ਜੀ। ਮੋਗੇ ਦੇ ਵਿੱਚ ਕਈ ਜਗ੍ਹਾ ਟੈਂਕੀਆਂ ਦਿੱਤੀਆਂ ਨੇ। ਮਤਲਬ ਜਿੰਨਾ ਕੁ ਮੈਥੋਂ, ਮੇਰੇ ਕੋਲ ਜਿੰਨਾ ਕੁ ਪੈਸਾ ਸੀਗਾ ਉਹਦੇ ਨਾਲ ਮੈਂ ਕਰ ਰਿਹਾ। ਬਾਕੀ ਜਦੋਂ ਹੁਣ ਆ ਗਿਆ ਉਹਦੇ ਨਾਲ ਵੀ ਮੈਂ ਕਰਦੇ ਰਹਿਣਾ ਜੀ। ਤਾਂ ਮੇਰੇ ਵੱਲੋਂ ਤਾਂ ਕੋਈ ਕਸਰ ਨਹੀਂ ਹੈ। ਇਹ ਆਪ ਵੀ ਜਾਣਦੇ ਹੋ, 9 ਹਲਕੇ ਨੇ, ਸਾਰਿਆਂ ਦੇ ਵਿੱਚ, ਸਾਰੇ ਪਿੰਡਾਂ ਵਿੱਚ ਸਾਰੇ ਕੰਮ ਕਰਨਾ ਬਹੁਤ ਔਖਾ, ਕਿਉਂਕਿ ਇੰਨਾ ਪੈਸਾ ਨਹੀਂ ਮਿਲਦਾ। ਪਹਿਲਾਂ ਜਦੋਂ ਇਲੈਕਸ਼ਨ ਲੜੀ ਹੈ MP ਦੀ, ਉਦੋਂ ਆਮ ਤੌਰ 'ਤੇ ਗੱਲ ਚੱਲੀ ਸੀ ਵੀ ਸ਼ਾਇਦ ਸੈਂਟਰ ਵੱਲੋਂ 15 ਕਰੋੜ ਰੁਪਈਆ MP ਨੂੰ ਮਿਲੂਗਾ ਜੀ। ਜੇ 15 ਕਰੋੜ ਰੁਪਈਆ 75 ਕਰੋੜ ਰੁਪਈਆ ਆ ਜਾਂਦਾ ਮੇਰੇ ਹਲਕੇ 'ਚ, ਮੈਂ ਤਾਂ 20 ਵਰਾ ਦਿੰਦਾ, ਨੇਰੀ ਲੈ ਦਿੰਦਾ ਜੀ। ਹਾਂਜੀ, ਸਾਨੂੰ ਮਿਲਿਆ 5 ਕਰੋੜ ਰੁਪਈਆ 1 ਸਾਲ ਦਾ। ਉਹਦੇ ਵਿੱਚ ਵੀ 1 ਸਾਲ
ਫਿਰ ਕਰੋਨਾ ਦਾ ਆ ਗਿਆ, ਉਹਦੇ 'ਚ ਬੰਦ ਹੀ ਹੋ ਗਿਆ। ਹੁਣ ਪਤਾ ਲੱਗਿਆ ਵੀ 2 ਕਰੋੜ ਰੁਪਇਆ ਆਉਣ ਵਾਲਾ ਹੈ। ਉਹ ਜਿਸ ਦਿਨ ਆ ਗਿਆ ਜੀ ਸਾਡੇ ਪ੍ਰੋਜੈਕਟ ਬਣੇ ਪਏ ਨੇ ਦੇਣਾ ਜੀ। 2022 ਦੀਆਂ ਚੋਣਾਂ ਨੂੰ ਬੜੀ ਗੰਭੀਰਤਾ ਨਾਲ ਦੇਖਿਆ ਜਾ ਰਿਹਾ, ਕਿਉਂਕਿ ਜਦੋਂ ਅਸੈਸਮੈਂਟਸ ਲਾਉਂਦੇ ਨੇ, ਖਾਸ ਕਰਕੇ ਸਿਆਸਤਦਾਨ ਵੀ ਆ ਔਰ ਸਿਆਸੀ ਮਾਹਿਰ ਵੀ ਨੇ, ਉਹ ਇਹ ਮੰਨਦੇ ਆ ਕਿ ਹਾਲੇ ਤੱਕ ਜੋ ਕੁਝ ਚੱਲ ਰਿਹਾ ਵੀ ਇਹਦੇ 'ਚ ਕਿਸੇ ਇੱਕ ਦੀ ਨਿਰੋਲ ਸਰਕਾਰ ਬਣਨ ਦੀ ਕੋਈ ਸੰਭਾਵਨਾ ਨਹੀਂ। ਪਰ ਇਹਦੇ ਨਾਲ ਹੀ ਮੈਂ ਸਵਾਲ ਐਡ ਕਰੂੰਗਾ ਕਿ ਜਦੋਂ ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਣਿਆ, ਉਦੋਂ ਬਾਅਦ ਤੁਹਾਡੀ ਅਸੈਸਮੈਂਟ ਕੀ ਕਹਿੰਦੀ ਆ? ਕਿਉਂਕਿ ਬਹੁਤ ਲੋਕਾਂ ਨੇ ਜਦੋਂ ਆਫ ਕੈਮਰਾ ਵੀ ਗੱਲ ਕਰਦੇ ਆ ਤਾਂ ਉਹ ਕਹਿੰਦੇ ਕਿ ਕਾਫੀ ਫਰਕ ਪਿਆ ਜਿਸ ਤਰੀਕੇ ਦੇ ਐਲਾਨ ਹੋ ਰਹੇ ਨੇ ਜਾਂ ਜਿਸ ਤਰੀਕੇ ਦੇ ਨਾਲ ਚੀਜ਼ਾਂ ਇੰਪਲੀਮੈਂਟ ਵੀ ਕੁਝ ਹੋ ਰਹੀਆਂ ਨੇ, ਤਾਂ ਉਹਦੇ ਨਾਲ ਕਾਂਗਰਸ ਨੂੰ ਬਹੁਤ ਵੱਡਾ ਬੂਸਟ ਮਿਲੂਗਾ। ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਸੰਦਰਭ ਦੇ ਵਿੱਚ ਮੈਂ ਇਹ ਗੱਲ ਕਰ ਰਿਹਾ ਕਿ ਜੇ ਕੈਪਟਨ ਅਮਰਿੰਦਰ ਸਿੰਘ ਹੁੰਦੇ ਸ਼ਾਇਦ ਇਹਨਾਂ ਬੂਸਟ ਨਾ ਮਿਲਦਾ, ਤੇ ਜੇ ਚੰਨੀ ਹੋਰੀ ਆਏ ਨੇ ਤਾਂ ਇਹਦੇ ਨਾਲ ਬੂਸਟ ਮਿਲਿਆ। ਤੁਸੀਂ ਕੀ ਸੋਚਦੇ ਹੋ ਇਸ ਦੇ ਬਾਰੇ? ਮੈਂ ਸਮਝਦਾ ਬਈ ਚੰਨੀ ਜੀ ਦੇ ਮੁੱਖ ਮੰਤਰੀ ਬਣਨ ਦੇ ਨਾਲ ਕਾਂਗਰਸ ਦੇ ਵਿੱਚ ਇੰਨੀ ਐਨਰਜੀ ਆ ਗਈ ਹੈ ਵਰਕਰ ਦੇ ਵਿੱਚ, ਔਰ ਲੋਕਾਂ ਦੇ ਵਿੱਚ ਇੰਨਾ ਉਤਸ਼ਾਹ ਹੋ ਗਿਆ, ਕਿਉਂਕਿ ਆਮ ਆਦਮੀ ਦੀ ਪਹੁੰਚ ਤੱਕ ਅੱਜ ਦੇ ਮੁੱਖ ਮੰਤਰੀ ਹੈਗੇ ਨੇ। ਮੇਰਾ ਖਿਆਲ ਹੈ ਜੇ ਮੈਂ ਗਿਣਾ ਤਾਂ ਸ਼ਾਇਦ ਮੇਰੇ ਤੋਂ ਨਾ ਗਿਣੇ ਜਾਣ, 10-15 ਪ੍ਰੋਗਰਾਮ ਮੈਂ ਉਹਨਾਂ ਦੇ ਨਾਲ ਸਟੇਜਾਂ 'ਤੇ ਰਿਹਾ ਜੀ। ਜੋ ਚੰਨੀ ਜੀ ਦਾ ਕਰੇਜ਼ ਹੈ ਉਹਨਾਂ ਨੂੰ ਦੇਖਣ ਦਾ, ਉਹਨਾਂ ਨੂੰ ਸੁਣਨ ਦਾ, ਜਿਹੜੀਆਂ ਉਹਨਾਂ ਦੀਆਂ ਅਨਾਊਂਸਮੈਂਟਾਂ ਨੇ, ਜਿਵੇਂ ਉਹਨਾਂ ਨੇ ਬਿਜਲੀ ਦੇ ਪੁਰਾਣੇ ਬਿੱਲ ਸਾਰੇ ਮਾਫ ਕਰ ਦਿੱਤੇ, ਜਿਵੇਂ 15,000 ਕਰੋੜ ਰੁਪਈਆ ਮਾਫ ਕੀਤਾ ਜੀ, ਜਿਵੇਂ ਉਹਨਾਂ ਨੇ ਬਿਜਲੀ ਦਾ ਰੇਟ 3 ਰੁਪਏ ਘਟਾ ਦਿੱਤਾ। ਇੱਥੇ ਲੋਕ ਆਉਂਦੇ ਨੇ, ਮਿਸਾਲ ਦੇ ਤੌਰ ਤੇ ਗੁਜਰਾਤ ਤੋਂ 2 ਸੱਜਣ ਆਏ, ਦਿੱਲੀ ਵਿੱਚ ਆ ਕੇ ਕਹਿੰਦੇ ਅਸੀਂ ਇੱਥੇ ਗੁਜਰਾਤ ਮਾਡਲ ਲੈ ਕੇ ਆਏ ਹਾਂ। ਇੱਕ ਦਿੱਲੀ ਤੋਂ ਅੱਜ ਕੱਲ੍ਹ ਇੱਥੇ ਬੰਦੇ ਸੱਜਣ ਆ ਰਹੇ ਨੇ, ਉਹ ਕਹਿੰਦੇ ਮੈਂ ਦਿੱਲੀ ਮਾਡਲ ਲੈ ਕੇ ਆਇਆ ਜੀ। ਉਹਨਾਂ ਨੂੰ ਪੰਜਾਬ ਮਾਡਲ ਦਾ ਪਤਾ ਹੀ ਨਹੀਂ ਵੀ ਪੰਜਾਬ ਮਾਡਲ ਹੁੰਦਾ ਕੀ ਹੈ। ਪੰਜਾਬ ਮਾਡਲ ਉਹ ਮਾਡਲ ਹੈ ਜਿਹਨੇ ਸਾਰੇ ਹਿੰਦੁਸਤਾਨ ਦੀ ਰਾਖੀ ਵੀ ਕੀਤੀ ਹੈ, ਸਾਰੇ ਹਿੰਦੁਸਤਾਨ ਦਾ ਪੇਟ ਵੀ ਭਰਿਆ, ਸਾਰੇ ਹਿੰਦੁਸਤਾਨ ਦੀ ਮਾਰਸ਼ਲ ਕੌਮ ਇੱਥੇ ਬੈਠੀ ਹੈ, ਸਾਰੇ ਹਿੰਦੁਸਤਾਨ ਦਾ ਕਿਸਾਨ ਸੱਪਾਂ ਦੀਆਂ ਸਿਰੀਆਂ ਮਿਲ ਕੇ ਕੇਂਦਰ ਦਾ ਅੰਨ ਭੰਡਾਰ ਬੂਥਾ ਬੂਥ ਕਰ ਦਿੱਤਾ। ਇਹ ਪੰਜਾਬ ਹੈ। ਪੰਜਾਬ ਦੇ ਮਾਡਲ ਨੂੰ ਉਹ ਸਮਝਦੇ ਨੇ ਵੀ ਪੰਜਾਬ ਕੀ ਹੁੰਦਾ, ਨਿੱਕਾ ਜਿਹਾ ਸੂਬਾ, ਪਰ ਜਿੰਨਾ ਨਿੱਕਾ ਉਹਨਾਂ ਤਿੱਖਾ ਹੈ। ਇਹ ਗੱਲ ਸਮਝ ਲੈਣੀ ਚਾਹੀਦੀ ਹੈ। ਪੰਜਾਬ ਦੇ ਵਿੱਚ ਕੋਈ ਕਮੀ ਨਹੀਂ ਹੈ। ਸਾਡਾ ਕਿਸਾਨ ਖੇਤਾਂ ਦੇ ਵਿੱਚ ਸੇਵਾ ਕਰ ਰਿਹਾ, ਜਵਾਨ ਬਾਰਡਰ 'ਤੇ ਸੇਵਾ ਕਰ ਰਿਹਾ। ਤਾਂ ਮੇਰੇ ਕਹਿਣ ਦਾ ਮਤਲਬ ਹੈ ਇਹਨੂੰ ਘੱਟ ਇਹਦੇ ਵਾਸਤੇ ਸੋਚ, ਸੰਕੀਰਣ ਸੋਚ ਰੱਖਣੀ ਪੰਜਾਬ ਵਾਸਤੇ ਵੀ ਛੋਟਾ ਜਿਹਾ ਸੂਬਾ ਯਾਰ ਕੀ ਹੈ, ਇਹ ਮੈਂ ਸਮਝਦਾ ਇਹ ਬਹੁਤ ਭੁਲੇਖੇ 'ਚ ਗੱਲ, ਇਹਨਾਂ ਨੂੰ ਨਹੀਂ ਚਾਹੀਦਾ। ਦੂਜੀ ਗੱਲ ਇਹ ਹੈ, ਇੱਥੇ ਆ ਕੇ ਸਾਹਿਬ ਬਹਾਦਰ ਜਿਹੜੇ ਆ ਰਹੇ ਨੇ ਦਿੱਲੀ ਤੋਂ, ਉਹ ਸਾਡੀਆਂ ਬੀਬੀਆਂ ਭੈਣਾਂ ਨੂੰ ਕਹਿੰਦੇ ਨੇ ਬਈ ਤੁਹਾਨੂੰ 1000 ਰੁਪਇਆ ਮਹੀਨਾ ਦਿਆ ਕਰਾਂਗੇ। ਮੈਨੂੰ ਸਮਝ ਨਹੀਂ ਆਈ ਵੀ ਉਹਨਾਂ ਨੇ ਇਸ ਗੱਲ ਤੋਂ ਦਿੱਲੀ ਦੀਆਂ ਬੀਬੀਆਂ ਕਿਉਂ ਸਖਣੀਆਂ ਰੱਖੀਆਂ ਨੇ। ਐਡੀ ਕੀ ਗੱਲ ਸੀਗੀ, ਉਹਨਾਂ ਨੂੰ ਵੀ ਦੇ ਦਿੰਦੇ, ਪਹਿਲਾਂ ਦੇਣਾ ਚਾਹੀਦਾ ਸੀ। ਉਹ 3 ਵਾਰੀ ਮੁੱਖ ਮੰਤਰੀ ਬਣੇ ਨੇ ਉੱਥੇ, ਤੀਜੀ ਵਾਰੀ ਮੁੱਖ ਮੰਤਰੀ ਬਣੇ ਨੇ। ਉਹਨਾਂ ਨੂੰ ਹੁਣ ਇਹ ਪੰਜਾਬ ਇੰਨਾ ਭੁੱਖਾ ਨੰਗਾ ਵੀ ਸਾਡੀਆਂ ਭੈਣਾਂ, ਸਾਡੀਆਂ ਬੀਬੀਆਂ, ਸਾਡੀਆਂ ਮਾਈਆਂ ਉਹਦੇ ਪੈਸੇ 'ਤੇ ਬੈਠੀਆਂ ਨੇ, ਹੈ ਜੀ। ਕੀ ਲੋਕਾਂ ਨੂੰ ਇਹ ਗਲਤ ਸੰਦੇਸ਼ ਹੈ, ਇੱਕ ਘਰ 'ਚ ਪਾੜ ਪਾਉਣ ਵਾਲੀ ਗੱਲ ਹੈ। ਕਿਉਂਕਿ ਸਾਡੇ ਆਮ ਤੌਰ 'ਤੇ ਸਾਡੇ ਰਿਸ਼ਤੇ ਇਸ ਕਿਸਮ ਦੇ ਨੇ, ਜਿੱਥੇ ਹਸਬੈਂਡ ਕਹਿੰਦਾ ਉੱਥੇ ਵਾਈਫ ਜਾ ਕੇ ਆਪਣੇ ਵੋਟ ਪਾ ਦਿੰਦੀ ਹੈ ਜੀ। ਇਹ ਘਰ ਦੇ ਵਿੱਚ ਦਫਾੜ ਪਾਉਣ ਵਾਲੀ ਗੱਲ ਕਰ ਰਹੇ ਨੇ ਵੀ ਤੁਹਾਨੂੰ 1000 ਰੁਪਏ ਮਿਲ ਜਾਊਗਾ, ਤੁਸੀਂ ਮੇਰੇ ਕਹੇ 'ਤੇ ਵੋਟ ਪਾਓ। ਘਰ ਵਾਲਾ ਜਿੱਥੇ ਮਰਜ਼ੀ ਪਾਉਂਦਾ ਰਹੇ, ਜਿੱਥੇ ਮਰਜ਼ੀ ਪਾਉਂਦਾ ਰਹੇ। ਜੇ ਕੋਈ ਤੁਹਾਡੇ ਨਾਲ ਜੇ ਘਰ ਵਾਲਾ ਕਹਿੰਦਾ ਵੀ ਹੈ ਨਾ, ਤੁਸੀਂ ਉਹਦੀ ਗੱਲ ਨਾਲ ਮੰਨ ਕੇ 1000 ਰੁਪਏ ਪਿੱਛੇ ਜਾਓ। ਐਡੀਆਂ ਕਮਜ਼ੋਰ ਨਹੀਂ ਹੈਗੀਆਂ ਸਾਡੀਆਂ ਬੀਬੀਆਂ, ਮੈਂ ਤੁਹਾਨੂੰ ਸਾਫ਼ ਗੱਲ ਦੱਸ ਦਿੰਦਾ, ਹੈ ਜੀ। ਇਹ ਕੰਮ ਕਰਨ ਵਾਲੀਆਂ ਵੀ ਨੇ, ਘਰ ਦੇ ਡੰਗਰ ਪਸ਼ੂ ਨੂੰ ਸਾਂਭਣ ਵਾਲੀਆਂ ਇਹ ਨੇ। ਮੈਂ ਕਿਸੇ ਸੂਬੇ ਦਾ ਨਾਂ ਨਹੀਂ ਲੈਂਦਾ। ਇੱਕ ਦਿਨ ਮੈਂ ਟੀਵੀ 'ਚ ਦੇਖਿਆ ਸੀਗਾ, ਬੰਦੇ ਤਾਸ਼ ਖੇਡਦੇ ਸੀਗੇ, ਤਾਸ਼ ਖੇਡ ਰਹੇ ਸੀਗੇ। ਉਹਨਾਂ ਨੂੰ ਕਿਸੇ ਚੈਨਲ ਵਾਲੇ ਨੇ ਆ ਕੇ ਪੁੱਛ ਲਿਆ ਵੀ ਯਾਰ ਤੁਸੀਂ ਕੰਮ ਕੁਮ ਨਹੀਂ ਕਰਦੇ? ਉਹ ਕਹਿੰਦੇ ਵੀ ਘਰ ਵਾਲੀਆਂ ਕਾਹਦੇ ਵਾਸਤੇ ਹੁੰਦੀਆਂ ਨੇ, ਕੰਮ ਕਰਨ ਵਾਸਤੇ ਇਹ ਨੇ। ਸਾਡੀ ਇਹ ਸੋਚ ਨਹੀਂ ਹੈ, ਇੱਥੇ ਇਹ ਸੋਚ ਨਹੀਂ ਹੈ। ਇੱਥੇ ਸੁਆਣੀਆਂ ਇਕੱਲਾ ਡੰਗਰ ਪਸ਼ੂ ਨਹੀਂ ਸਾਂਭਦੀਆਂ, ਉਹਨਾਂ ਦਾ ਆਪਣੇ ਸੰਨੀ ਪੱਠਾ ਨਹੀਂ ਕਰਦੀਆਂ, ਇੱਥੇ ਰੋਟੀ ਟੁੱਕ ਵੀ ਕਰਦੀਆਂ ਨੇ, ਇੱਥੇ ਵਕਤ ਪੈਣ 'ਤੇ ਟਰੈਕਟਰ ਵੀ ਚਲਾਉਂਦੀਆਂ ਨੇ, ਨੱਕੇ ਵੀ ਛੱਡਦੀਆਂ ਨੇ। ਇਹ ਉਹ ਪੰਜਾਬ ਹੈ ਜਿਹੜੀ ਗੁਰੂਆਂ ਪੀਰਾਂ ਦੀ ਧਰਤੀ ਹੈ। ਇੱਥੇ ਬਰਾਬਰ ਦਾ ਕੰਮ ਕਰਨ ਵਾਲੇ ਲੋਕ ਨੇ। ਇਸ ਕਰਕੇ ਮੈਂ ਕੇਜਰੀਵਾਲ ਜੀ ਨੂੰ ਬੇਨਤੀ ਕਰੂੰਗਾ ਵੀ ਇਹ ਲਾਲਚ ਨਾ ਦਿਓ ਇਹਨਾਂ ਨੂੰ, ਹੈ ਜੀ।
ਬਲਕਿ ਤੁਹਾਡੇ ਲਾਲਚ 'ਚ ਇਹ ਆਉਂਦੇ ਨਹੀਂ ਹੈਗੇ, ਪਰ ਇਹ ਨੀਤੀ ਖਰਾਬ ਹੈ ਜਿਹੜਾ ਤੁਸੀਂ ਘਰ ਦੇ ਵਿੱਚ ਦਫਾੜ ਪਾਉਣਾ। ਮੈਂ ਕੁਝ ਜ਼ਿਕਰ ਕਰਨਾ ਚਾਹੁੰਦਾ ਹੈ ਅਰਵਿੰਦ ਕੇਜਰੀਵਾਲ ਹੋਰਾਂ ਦੇ ਵੱਲੋਂ ਬੜੀ ਪ੍ਰਮੁੱਖਤਾ ਦੇ ਨਾਲ ਆਪਣੀ ਇੱਕ ਗਾਰੰਟੀ ਦੇ ਵਿੱਚ 5ਵੀਂ ਗਾਰੰਟੀ ਦੇ ਵਿੱਚ ਉਹਨਾਂ ਨੇ ਕਿਹਾ, ਮੈਂ ਮੇਰੇ ਕੋਲ ਮੋਬਾਈਲ 'ਤੇ ਹੀ ਆ, ਉਹਨਾਂ ਨੇ ਲਿਖਿਆ ਕਿ ਐਸੀ ਭਾਈਚਾਰੇ ਲਈ ਕੇਜਰੀਵਾਲ ਦੀਆਂ 5 ਗਾਰੰਟੀਆਂ। ਉਹਦੇ ਵਿੱਚ ਲਿਖਿਆ ਕਿ ਵਿਦਿਆਰਥੀਆਂ ਨੂੰ ਮੁਫਤ ਸਿੱਖਿਆ ਮਿਲੇਗੀ। ਦੂਜਾ ਉਹਨਾਂ ਨੇ ਕਿਹਾ ਸਰਕਾਰ ਵਿਦਿਆਰਥੀਆਂ ਨੂੰ ਐਸਸੀ ਕੋਟੇ ਦੇ ਜਿਹੜੇ ਵਿਦਿਆਰਥੀ ਹੋਣਗੇ ਉਹਨਾਂ ਦੀ ਕੋਚਿੰਗ ਫੀਸ ਵੀ ਸਰਕਾਰ ਦੇਵੇਗੀ, ਪੰਜਾਬ ਸਰਕਾਰ ਦੇਵੇਗੀ। ਉਚੇਰੀ ਪੜ੍ਹਾਈ ਲਈ ਵਿਦੇਸ਼ ਜਾਣ ਦਾ ਖਰਚਾ ਵੀ ਪੰਜਾਬ ਸਰਕਾਰ ਦੇਵੇਗੀ। ਬਾਹਰ ਪੜ੍ਹਨ ਲਈ ਤੁਸੀਂ ਜਾਣਾ ਤਾਂ ਉਹਦੇ ਲਈ ਵੀ ਸਰਕਾਰ ਦੇਵੇਗੀ। 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਦੇ ਖਾਤੇ ਦੇ ਵਿੱਚ, ਜੋ ਤੁਸੀਂ ਜ਼ਿਕਰ ਕਰਕੇ ਹਟੇ ਹੋ, 1000 ਰੁਪਏ ਖਾਤੇ ਦੇ ਵਿੱਚ ਪਾਉਣਾ ਹੈ। ਪਰਿਵਾਰ 'ਚ ਬਿਮਾਰ ਹੋਏ ਮਰੀਜ਼ਾਂ ਦੇ ਇਲਾਜ ਦਾ ਖਰਚਾ ਪੰਜਾਬ ਸਰਕਾਰ ਚੁੱਕੇਗੀ। ਇਹ ਉਹਨਾਂ ਦੀ 5ਵੀਂ ਗਾਰੰਟੀ ਹੈ ਜੀ। ਔਰ ਖ਼ਾਸ ਤੌਰ 'ਤੇ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਇਹ ਗਾਰੰਟੀ ਐਸਸੀ ਭਾਈਚਾਰੇ ਦੇ ਲਈ ਹੈ ਅਤੇ ਤੁਸੀਂ ਵੀ ਰਿਪਰੈਜ਼ੈਂਟ ਕਰਦੇ ਹੋ ਜੀ ਉਸੇ ਹੀ ਕੈਟਾਗਰੀ ਨੂੰ, ਰਿਜ਼ਰਵ ਹਲਕੇ ਨੂੰ। ਜੀ ਇਹਨਾਂ ਦੇ ਵਿੱਚੋਂ ਕਿੰਨਾ ਕੁ ਠੀਕ ਮੰਨਦੇ ਹੋ? ਕਿਉਂਕਿ ਉਹਨਾਂ ਨੇ ਰਿਪਰੈਜ਼ੈਂਟ ਕੀਤਾ ਉਹਨਾਂ ਲੋਕਾਂ ਦੇ ਲਈ ਇਹ ਆਪਣੀ ਸਪੈਸ਼ਲ ਗਾਰੰਟੀ ਦਿੱਲੀ ਤੋਂ ਲੈ ਕੇ ਆਏ ਨੇ ਕਿ ਜੇ ਤੁਸੀਂ ਵਿਦੇਸ਼ਾਂ 'ਚ ਜਾਣਾ ਤੁਹਾਨੂੰ ਪੈਸਾ ਅਸੀਂ ਦੇਵਾਂਗੇ, ਤੁਹਾਡੇ ਪਰਿਵਾਰ ਦੇ ਵਿੱਚ ਕੋਈ ਬਿਮਾਰ ਹੋ ਜਾਂਦਾ ਹੈ ਤਾਂ ਉਹਦਾ ਖਰਚਾ ਅਸੀਂ ਦੇਵਾਂਗੇ, ਕੋਚਿੰਗ ਫੀਸਾਂ ਤੱਕ ਦੀ। ਤੁਹਾਨੂੰ ਲੱਗਦਾ ਨਹੀਂ ਠੀਕ ਹੈ ਸਾਰਾ ਕੁਝ? ਮੈਂ ਤਾਂ ਇਹਦੇ ਵਿੱਚੋਂ ਕੋਈ ਇੱਕ ਗੱਲ ਵੀ ਸੱਚੀ ਨਹੀਂ ਸਮਝਦਾ। ਉਹਦੀ ਵਜ੍ਹਾ ਹੈ, ਉਹਦੀ ਵਜ੍ਹਾ ਇਹ ਹੈ, ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜਾ ਸਾਡਾ ਅਸੀਂ ਭਾਈਚਾਰਾ ਹੈਗਾ, ਅਸੀਂ ਕੰਮ ਕਰਨ ਵਾਲੇ ਲੋਕ ਹੈ, ਪਹਿਲਾਂ ਤੋਂ ਕੰਮ ਕਰਦੇ ਆਏ ਹਾਂ। ਖੇਤ ਮਜ਼ਦੂਰ ਵੀ ਅਸੀਂ ਹਾਂ, ਖੇਤੀ ਕਰਨ ਵਾਲੇ ਵੀ ਅਸੀਂ ਹਾਂ, ਜਿਹੜੇ ਨਿੱਕੇ ਮੋਟੇ ਹੋਰ ਕੰਮ ਨੇ ਉਹ ਵੀ ਅਸੀਂ ਲੋਕ ਕਰਦੇ ਹਾਂ। ਇਹਦਾ ਮਤਲਬ ਇਹ ਜਿਹੜੇ ਕੇਜਰੀਵਾਲ ਸਾਹਿਬ ਨੇ ਉਹ ਸਾਨੂੰ ਵਿਦੇਸ਼ 'ਚ ਭੇਜ ਕੇ ਉਹ ਪੰਜਾਬ ਨੂੰ ਸੁੰਨਾ ਕਰਨਾ ਚਾਹੁੰਦੇ ਨੇ। ਇਹ ਕੋਈ ਮੈਂ ਸਮਝਦਾ ਪੰਜਾਬ ਦੇ ਹੱਕ ਦੀ ਗੱਲ ਨਹੀਂ ਹੈ ਇਹ। ਔਰ ਵਿਦੇਸ਼ ਭੇਜ ਕੇ ਇਹ ਕੀ ਗਰੰਟੀ ਹੈ ਵੀ ਜਾਂਦਿਆਂ ਨੂੰ ਕੋਈ ਕੰਮ ਮਿਲ ਜੂਗਾ ਵਿਦੇਸ਼? ਮੈਂ ਹੁਣੇ ਜਾ ਕੇ ਆਇਆ, ਪਿੱਛੇ ਜਿਹੇ ਮੈਨੂੰ ਸਾਲ ਹੋ ਗਿਆ। ਮੈਂ ਉੱਥੇ ਜੋ ਬੱਚਿਆਂ ਦਾ ਹਾਲ ਦੇਖਿਆ ਨਾ, ਉੱਥੇ ਇੱਕ ਮਕਾਨ ਦੇ ਵਿੱਚ 10-10 ਨਿਆਣੇ ਰਹਿੰਦੇ ਨੇ। ਮੈਂ ਨਿਆਣੇ ਕਹਿ ਰਿਹਾ, ਨੌਜਵਾਨ ਰਹਿੰਦੇ ਨੇ, ਹੈ ਜੀ। ਉਹਦੀ ਵਜ੍ਹਾ ਪਤਾ ਕੀ ਹੈ? ਉਹਦੀ ਵਜ੍ਹਾ ਇਹ ਹੈ, ਨਾ ਤਾਂ ਉਹਨਾਂ ਕੋਲ ਇੰਨੇ ਪੈਸੇ ਨੇ ਜਿਹੜੇ ਉਹ ਆਪਣਾ ਕੋਈ ਬੇਸਮੈਂਟ ਆਪਣਾ ਮਕਾਨ ਲੈ ਸਕਣ। ਉਹ ਇਕੱਠੇ ਹੋ ਕੇ ਰਹਿੰਦੇ ਨੇ, ਇਕੱਠੇ ਹੋ ਕੇ ਫਿਰ ਕਿਰਾਇਆ ਦਿੰਦੇ ਨੇ ਉਹਦਾ, ਕਿਉਂਕਿ ਕਿਰਾਏ ਇੰਨੇ ਜ਼ਿਆਦਾ ਵਧੇ ਹੋਏ ਨੇ, ਕੁਝ ਕਹਿਣ ਦੀ ਗੱਲ ਨਹੀਂ ਹੈ। ਜਿਨ੍ਹਾਂ ਹਾਲਤਾਂ 'ਚ ਉਹ ਰਹਿੰਦੇ ਨੇ, ਕਿਸੇ ਵੇਲੇ ਸਾਡੇ ਇੱਥੇ ਪੰਜਾਬ 'ਚ ਆ ਕੇ ਬਾਹਰਲੇ ਸੂਬਿਆਂ 'ਚ ਇੱਕ ਉਹ ਲੋਕ ਰਹਿੰਦੇ ਸੀ ਜਿਹੜੇ ਕੰਮ ਕਰਨ ਇੱਥੇ ਆਉਂਦੇ ਸੀਗੇ। ਤਾਂ ਇਸ ਕਰਕੇ ਮੈਂ ਸਮਝਦਾ ਜਦੋਂ ਇੱਥੇ ਸਭ ਕੁਝ ਹੈਗਾ, ਬਾਹਰ ਜਾਣ ਦੀ ਕੋਈ ਜ਼ਰੂਰਤ ਨਹੀਂ ਹੈ, ਕੋਈ ਜ਼ਰੂਰਤ ਨਹੀਂ ਹੈ। ਹਾਂ, ਇੰਨੀ ਗੱਲ ਜ਼ਰੂਰ ਹੈ ਵੀ ਪੰਜਾਬ ਦੀ ਜਵਾਨੀ ਨੂੰ ਬਾਹਰ ਭੇਜ ਕੇ ਪੰਜਾਬ ਨੂੰ ਸੁੰਨਾ ਕਰਨਾ ਚਾਹੁੰਦੇ ਨੇ, ਜਦ ਕਿ ਮੈਂ ਸਮਝਦਾ ਇਹ ਪੰਜਾਬ ਦੇ ਹੱਕ ਦੀ ਗੱਲ ਨਹੀਂ ਹੈ। ਇੱਕ ਗੱਲ। ਦੂਜੀ ਗੱਲ, ਉਹਨਾਂ ਨੇ ਕਿਹਾ ਵੀ ਬੀਬੀਆਂ ਨੂੰ ਪੈਸੇ ਮਿਲਣਗੇ, ਉਹਦੇ ਬਾਰੇ ਮੈਂ ਆਪ ਜੀ ਨੂੰ ਪਹਿਲਾਂ ਦੱਸ ਚੁੱਕਿਆ। ਤੀਜਾ, ਇਹਨਾਂ ਨੇ ਕਿਹਾ ਬਈ ਬੱਚਿਆਂ ਦੀ ਪੜ੍ਹਾਈ ਵਾਸਤੇ ਸਰਕਾਰ ਕੰਮ ਕਰੂਗੀ। ਬੱਚੇ ਹੁਣ ਵੀ ਮੁਫਤ ਪੜ੍ਹ ਰਹੇ ਨੇ ਇਸ ਚੀਜ਼ ਦੇ, ਹੈ ਜੀ। ਅਤੇ ਉਹਨਾਂ ਦੇ ਉੱਤੇ ਕੋਈ ਐਸਾ ਬੋਝ ਨਹੀਂ ਹੈਗਾ। ਅਤੇ ਜਿਸ ਤੱਕ ਵਜ਼ੀਫਿਆਂ ਦਾ ਤਾਲੁਕ ਹੈ, ਜੇ ਉਹ ਰੁਕ ਵੀ ਗਏ ਨੇ ਉਹ ਅਦਾ ਹੋ ਜਾਣਗੇ। ਜਦ ਤੋਂ ਸਰਦਾਰ ਚਰਨਜੀਤ ਸਿੰਘ ਜੀ ਚੰਨੀ ਮੁੱਖ ਮੰਤਰੀ ਬਣੇ ਨੇ, ਹੈ ਜੀ, ਉਹਨਾਂ ਦਾ ਦਿਨ ਰਾਤ ਇੱਕੋ ਹੀ ਖਿਆਲ ਹੈ ਬਈ ਮੈਂ ਉਹ ਕੰਮ ਜਿਹੜੇ ਲੋਕ ਅੱਜ ਤੱਕ ਨਹੀਂ ਕਰ ਸਕੇ, ਮੈਂ ਉਹ ਕੰਮ ਕਰਕੇ ਦਿਖਾਵਾਂ, ਤਾਂ ਕਿ ਇੱਕ ਤਾਂ ਪੰਜਾਬ ਹੱਸਦਾ ਵੱਸਦਾ ਹੋਵੇ, ਇੱਕ ਪੰਜਾਬ 'ਚੋਂ ਨੌਜਵਾਨ ਬਾਹਰ ਨਾ ਜਾਣ। ਦੇਖੋ, ਜਦੋਂ ਤੁਹਾਡੇ ਵਿਹੜੇ 'ਚੋਂ ਗੱਭਰੂ ਮੁਟਿਆਰਾਂ ਤੁਰ ਜਾਂਦੇ ਨੇ ਨਾ, ਵਿਹੜਾ ਸੁੰਨਾ ਹੋ ਜਾਂਦਾ। ਮੈਂ ਦੇਖੇ ਨੇ ਕਈ ਮਾਂ ਬਾਪ ਇੱਥੇ, ਹੈ ਜੀ, ਉਹ ਬੱਚਿਆਂ ਨੂੰ ਭੇਜ ਕੇ ਬਹੁਤ ਉਦਾਸ ਨੇ। ਨਾ ਤਾਂ ਬੱਚੇ ਛੇਤੀ ਆ ਸਕਦੇ ਨੇ, ਨਾ ਇਹ ਉੱਧਰ ਜਾ ਸਕਦੇ ਨੇ, ਹੈ ਜੀ। ਅਤੇ ਰੱਬ ਨਾ ਕਰੇ ਬੁਰੇ ਵਕਤ ਦੇ ਵਿੱਚ, ਬਿਮਾਰੀ ਠਮਾਰੀ 'ਚ ਵੀ ਉਹਨਾਂ ਦਾ ਹੱਥ ਸਾਂਭਣ ਵਾਲਾ ਕੋਈ ਨਹੀਂ ਹੈ। ਇੱਕ ਕਿਹੜਾ ਲਾਲਚ ਹੈ ਜਿਹੜਾ ਤੁਸੀਂ ਇਹਨਾਂ ਬੱਚਿਆਂ ਨੂੰ ਦੇ ਰਹੇ ਹੋ? ਤੁਸੀਂ ਬਾਹਰ ਜਾਣ ਵਾਸਤੇ ਮੈਂ ਪੈਸੇ ਦੇਵਾਂਗਾ, ਬਿਲਕੁਲ ਨਹੀਂ ਦੇਣਗੇ। ਮੈਂ ਕੱਲ੍ਹ ਵੀ ਇੱਕ ਸਾਹਿਬ ਬੋਲਦੇ ਸੀਗੇ ਆਪ ਵਾਲੇ, ਬਈ ਜਿੰਨਾ ਕੇਜਰੀਵਾਲ ਸਾਹਿਬ ਕੁਝ ਕਰ ਰਹੇ ਨੇ ਹੋਰ ਕੋਈ ਮੁੱਖ ਮੰਤਰੀ ਨਹੀਂ ਕਰਦਾ। ਕੇਜਰੀਵਾਲ ਸਾਹਿਬ ਦੀ ਇੰਨੀ ਆਮਦਨ ਹੈ ਨਾ ਦਿੱਲੀ ਦੀ, ਹੈ ਜੀ, ਇੰਨੇ ਟੈਕਸ ਲੱਗੇ ਹੋਏ ਨੇ ਨਾ ਉੱਥੇ ਬਿਜਲੀ ਦੇ ਐਡੇ ਬਿੱਲ ਆਉਂਦੇ ਨੇ, ਕੋਈ ਬੰਦਾ ਚਾਹ ਕੇ ਪੜ੍ਹ ਕੇ ਦੇਖੇ ਨਾ ਫਿਰ ਪਤਾ ਲੱਗੂਗਾ। ਇੱਥੇ ਆ ਕੇ ਝੂਠ ਬੋਲਦੇ ਨੇ। ਹਾਂ, ਉਹਨਾਂ ਨੇ ਜੋ ਕੁਝ ਕਿਹਾ ਸੀਗਾ ਉਹਦਾ ਸਾਰਾ ਕੁਝ ਢੱਕਿਆ ਗਿਆ। 300 ਵਾਟ ਬਿਜਲੀ ਮੁਫਤ ਦੇਣਗੇ ਉਹ, ਹੈ ਜੀ, ਅਤੇ ਉਹ ਵੀ ਢੱਕਿਆ ਗਿਆ। ਬਲਕਿ ਉਹ ਜਿਹੜੀ ਮੁਫਤ ਦੇਣੀ ਆ ਉਸ ਤੋਂ ਮਤਲਬ ਜੇ 301 ਹੋ ਗਿਆ ਤਾਂ ਸਾਰੇ ਪਿਛਲੇ ਯੂਨਿਟ ਗਿਣੇ ਜਾਣਗੇ, ਹੈ ਜੀ। ਅਤੇ ਬੰਦਾ ਜਿਹੜਾ ਮਰਦੇ ਦਮ ਤੱਕ ਨਹੀਂ ਦੇ ਸਕਦਾ। ਪਰ ਚੰਨੀ ਜੀ ਨੇ ਕੀ ਕੀਤਾ, ਮੁੱਖ ਮੰਤਰੀ ਜੀ ਨੇ, ਉਹਨਾਂ ਨੇ 3 ਰੁਪਏ ਘਟਾ ਦਿੱਤੀ ਹੈ।
ਜਿਹਦਾ 100 ਯੂਨਿਟ ਬਣਦਾ ਸੀ 300 ਰੁਪਏ ਦਾ ਫਾਇਦਾ ਹੋ ਗਿਆ, ਜਿਹਦਾ 200 ਯੂਨਿਟ ਬਣਦਾ ਉਹਦਾ 600 ਦਾ ਫਾਇਦਾ ਹੋ ਗਿਆ, ਜਿਹਦਾ 1000 ਯੂਨਿਟ ਬਣਦਾ 3000 ਦਾ ਫਾਇਦਾ ਹੋ ਗਿਆ। ਫਿਰ ਇੱਥੇ ਪੰਜਾਬ 'ਚ ਸਾਰੇ ਹਿੰਦੁਸਤਾਨ ਤੋਂ ਜਿਹੜਾ ਸਸਤਾ ਉਹ ਡੀਜ਼ਲ ਹੈ, ਸਸਤਾ ਪੈਟਰੋਲ ਹੈ। ਮੈਨੂੰ ਇੱਕ ਬੰਦਾ ਕਹਿੰਦਾ ਯਾਰ ਮੁੱਖ ਮੰਤਰੀ ਜੀ ਨੂੰ ਚਾਹੀਦਾ ਸੀਗਾ ਬਈ ਇਹ ਡੀਜ਼ਲ ਜਿਹੜਾ ਹੈਗਾ ਨਾ ਇਹ ਤਾਂ ਟਰੱਕਾਂ 'ਚ ਕੰਮ ਆਉਂਦਾ ਅਤੇ ਬੜੇ ਲੋਕਾਂ ਦੇ ਕੰਮ ਆਉਂਦਾ, ਜਿਹੜੇ ਮਜ਼ਦੂਰ ਨੇ ਉਹ ਮੋਟਰਸਾਈਕਲਾਂ 'ਤੇ ਜਾਂਦੇ ਨੇ, ਇਸ ਕਰਕੇ ਇਹਦਾ ਜਿਹੜਾ ਹੈਗਾ ਨਾ ਉਹ ਘੱਟ ਕਰਨਾ ਚਾਹੀਦਾ ਸੀਗਾ। ਮੈਂ ਉਹਨੂੰ ਜਵਾਬ ਦਿੱਤਾ ਮੋਟਰਸਾਈਕਲ ਦੇ ਵਿੱਚ 5 ਲੀਟਰ ਤੇਲ ਪੈਂਦਾ, 5 ਕਹਿੰਦੇ ਹਾਂ 10 ਰੁਪਏ ਘਟਾਏ ਨੇ ਨਾ, 50 ਰੁਪਏ ਬਚ ਗਏ ਕਿ ਨਹੀਂ ਬਚ ਗਏ। ਟਰੱਕ ਦੇ ਵਿੱਚ 100 ਲੀਟਰ ਤੇਲ ਪੈਂਦਾ, ਜੇ ਉਹ 'ਚ 100 ਲੀਟਰ ਪੈਂਦਾ ਉਹਨੂੰ 500 ਬਚਿਆ ਕਿ ਨਹੀਂ ਬਚਿਆ। ਤੁਸੀਂ ਇਹ ਦੇਖੋ ਬਈ ਖਰਚਾ ਜ਼ਿਆਦਾ ਕਿੱਥੇ ਹੁੰਦਾ ਔਰ ਬਚਤ ਕਿਹਨਾਂ ਲੋਕਾਂ ਨੂੰ ਹੈ। ਮੋਟਰਸਾਈਕਲ ਵਾਲੇ ਨੇ ਜਾਣਾ ਘਰੋਂ ਦਫ਼ਤਰ, ਦਫ਼ਤਰ ਤੋਂ ਘਰ, ਜਾਂ ਘਰੋਂ ਕੰਮ ਤੇ, ਕੰਮ ਤੋਂ ਘਰ। ਜਿਹੜਾ ਟਰੱਕ ਵਾਲੇ ਨੇ ਜਾਣਾ ਉਹਨੇ ਤੁਹਾਡਾ ਮਾਲ ਲੈ ਕੇ ਪਤਾ ਨਹੀਂ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ। ਤਾਂ ਇਸ ਕਰਕੇ ਇਹ ਜਿਹੜਾ ਫੈਸਲਾ ਹੋਇਆ ਸਾਰੇ ਹਿੰਦੁਸਤਾਨ ਦੇ ਲੋਕ ਇਸ ਗੱਲ ਨੂੰ ਸਰਮਦੇ ਨੇ ਵੀ ਵਾਕਈ ਮੁੱਖ ਮੰਤਰੀ ਜੀ ਨੇ ਔਰ ਉਹਨਾਂ ਦੇ ਯੂਨਿਟ ਨੇ, ਉਹਨਾਂ ਦੇ FM ਨੇ ਜੋ ਫੈਸਲਾ ਲਿਆ ਹੈ ਬਹੁਤ ਅੱਛਾ ਫੈਸਲਾ ਹੈ ਜੀ। ਆਖਰੀ ਸਵਾਲ ਹੈ ਜੀ, ਅਸੀਂ ਉਮੀਦ ਕਰਦੇ ਹਾਂ ਕਿ ਹਾਈ ਕਮਾਂਡ ਤੁਹਾਡੇ ਕੰਮਾਂ ਨੂੰ ਦੇਖ ਕੇ ਤੁਹਾਨੂੰ ਉੱਥੋਂ ਉਮੀਦਵਾਰ ਐਲਾਨੇ। ਸਾਡੀਆਂ ਸ਼ੁਭੇਛਾਵਾਂ ਵੀ ਹੈ ਤੁਹਾਡੇ ਨਾਲ, ਪਰ ਲੋਕ ਜੈਤੋ ਦੇ ਲੋਕ ਤੁਹਾਨੂੰ ਤੁਹਾਡੇ ਤੇ ਵਿਸ਼ਵਾਸ ਕਿਉਂ ਕਰਨ, ਤੁਹਾਨੂੰ ਵੋਟ ਕਿਉਂ ਪਾਉਣ? ਮੈਨੂੰ ਵੋਟ ਕਿਉਂ ਪਾਉਣ? ਇਹ ਉਹਨਾਂ ਦੀ ਮਰਜ਼ੀ ਹੈ। ਉਹਨਾਂ ਦੀ ਮਰਜ਼ੀ ਹੈ। ਜੇ ਮੇਰੇ ਕੰਮ 'ਤੇ ਖੁਸ਼ ਨੇ, ਮੇਰੇ ਪਰਿਵਾਰ ਦੇ ਕੰਮ 'ਤੇ ਖੁਸ਼ ਨੇ ਤਾਂ ਉਹ ਪਾ ਦੇਣ। ਜੇ ਨਹੀਂ ਖੁਸ਼ ਹੈਗੇ ਨੇ ਹੈ ਜੀ, ਅਤੇ ਮੈਂ ਇਹੀ ਬੇਨਤੀ ਕਰ ਸਕਦਾ ਬਈ ਤੁਸੀਂ ਕਿਸੇ ਐਸੇ ਆਦਮੀ ਨੂੰ ਚੁਣੋ ਜਿਹਦੇ ਤੱਕ ਤੁਹਾਡੀ ਅਪਰੋਚ ਹੋਵੇ, ਜਿਹੜਾ ਪਾਰਟੀ ਦਾ ਵਫਾਦਾਰ ਹੋਵੇ, ਜਿਹੜਾ ਆਪਣਾ ਘਰ ਛੱਡ ਕੇ ਦੂਜੇ ਦੇ ਘਰ ਨਾ ਜਾਵੇ ਭੜਤੂ ਪਾਉਣ, ਅਤੇ ਜਿਹੜਾ ਬੰਦਾ ਤੁਹਾਡਾ ਕੰਮ ਕਰ ਸਕਦਾ ਹੈ ਜੀ, ਮਤ ਉਹਨੂੰ ਤੁਸੀਂ ਚੁਣੋ, ਪਾਰਟੀ ਨੂੰ ਮਜ਼ਬੂਤ ਕਰੋ। ਮੇਰੀ ਇਹੀ ਗੱਲ ਹੈ। ਪਾਰਟੀ ਦਾ ਕੋਈ ਬੰਦਾ ਹੋਊਗਾ ਨਾ ਤਾਂ ਅਸੀਂ ਵੀ ਤਾਂ ਮਦਦ ਕਰਾਂਗੇ ਪਾਰਟੀ ਦੀ, ਅਸੀਂ ਕਿਹੜਾ ਨਹੀਂ ਕਰਾਂਗੇ ਹੈ ਜੀ। ਪਰ ਮੇਰਾ ਇੰਨੀ ਮਤਲਬ ਹੈ ਜੈਤੋ ਦੇ ਲੋਕ ਜੇ 5 ਸਾਲ 'ਚ ਮੈਨੂੰ ਜਾਂ ਮੇਰੇ ਪਰਿਵਾਰ ਨੂੰ ਨਹੀਂ ਸਮਝ ਸਕੇ ਤਾਂ ਉਹ ਇੱਕ ਤੁਰੇ ਜਾਂਦੇ ਬੰਦੇ ਨੂੰ ਕਿਵੇਂ ਸਮਝਣਗੇ? ਇਹ ਉਹਨਾਂ ਦੀ ਆਪਣੀ ਮਰਜ਼ੀ ਹੈ, ਮੇਰਾ ਇਹਦੇ ਵਿੱਚ ਕੁਝ ਨਹੀਂ ਕਹਿਣਾ ਜੀ। ਬਹੁਤ ਧੰਨਵਾਦ ਜੀ, ਸ਼ੁਕਰੀਆ। ਥੈਂਕ ਯੂ ਰਵੀ ਜੀ, ਆਪ ਜੀ ਦਾ ਵੀ ਬਹੁਤ ਧੰਨਵਾਦ ਜੀ। ਬਹੁਤ ਬਹੁਤ ਧੰਨਵਾਦ। ਤਾਂ ਇਹ ਸਨ ਸਾਡੇ ਨਾਲ ਮੁਹੰਮਦ ਸਦੀਕ ਸਾਹਿਬ, ਜਿਹੜੇ ਮੈਂਬਰ ਪਾਰਲੀਮੈਂਟ ਨੇ ਫਰੀਦਕੋਟ ਤੋਂ, ਔਰ ਜੈਤੋ ਹਲਕੇ ਦੇ ਵਿੱਚ ਉਹਨਾਂ ਦੇ ਵੱਲੋਂ ਤਿਆਰੀਆਂ ਜਿਹੜੀਆਂ ਨੇ ਉਹ ਲਗਾਤਾਰ ਕੀਤੀਆਂ ਜਾ ਰਹੀਆਂ, ਔਰ ਇਹ ਪਿਛਲੇ 5 ਸਾਲ ਤੋਂ ਤਿਆਰੀਆਂ ਚੱਲ ਰਹੀਆਂ। ਸੰਭਾਵੀ ਉਮੀਦਵਾਰ ਦੇ ਤੌਰ 'ਤੇ ਇਹਨਾਂ ਨੂੰ ਦੇਖਿਆ ਜਾ ਰਿਹਾ, ਔਰ ਨਾਲ ਹੀ ਕਿਉਂਕਿ ਜੈਤੋ ਦੀ ਸਿਆਸਤ ਦੇ ਬਾਰੇ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਥੋੜ੍ਹੀ ਡਾਵਾਡੋਲ ਹੈ, ਜੈਤੋਂ ਵਿਧਾਇਕ ਤੋਂ ਬਿਨਾਂ ਇਹ ਹਲਕਾ ਇਸ ਵੇਲੇ ਚੱਲ ਰਿਹਾ, ਔਰ ਕਿਉਂਕਿ ਜੈਤੋ ਦੇ ਲੋਕਾਂ ਨੇ ਇੱਕ ਵੱਡਾ ਵੋਟ ਬੈਂਕ ਦੇ ਕੇ ਆਮ ਆਦਮੀ ਪਾਰਟੀ ਨੂੰ ਉੱਥੋਂ ਚੁਣਿਆ ਸੀ। ਆਮ ਆਦਮੀ ਪਾਰਟੀ ਦੇ MLA ਬਲਦੇਵ ਸਿੰਘ ਬਣੇ ਸੀ, ਮਾਸਟਰ ਬਲਦੇਵ ਸਿੰਘ ਬਣੇ ਸੀ। ਤਾਂ ਉਸ ਤੋਂ ਬਾਅਦ ਜੋ ਕੁਝ ਹੋਇਆ, ਹੁਣ ਲੋਕ ਕੀ ਕੁਝ ਸੋਚਦੇ ਨੇ, ਇਹ ਵੀ ਇੱਕ ਸੋਚਣ ਵਾਲੀ ਗੱਲ ਹੈ, ਕਿਉਂਕਿ ਕਾਂਗਰਸ ਤੇ ਲੋਕਾਂ ਦਾ ਭਰੋਸਾ ਜਿਹੜਾ ਹੈ ਉਹ ਪਿਛਲੇ 5 ਸਾਲ ਦਾ ਬਿਊਰਾ ਵੀ ਮੰਗਦੇ ਨੇ, ਪਿਛਲੇ 5 ਸਾਲ ਦਾ ਹਿਸਾਬ ਵੀ ਮੰਗਦੇ ਨੇ। ਤਾਂ ਜੈਤੋ ਦੇ ਲੋਕ ਜਿੱਤ ਦਾ ਸਿਹਰਾ ਕਿਹਦੇ ਸਿਰ ਤੇ ਸਜਾਉਂਦੇ ਆ, ਇਹ ਆਉਣ ਵਾਲਾ ਸਮਾਂ ਦੱਸੇਗਾ, ਔਰ ਉਮੀਦ ਕਰਦੇ ਹਾਂ ਕਿ ਜੈਤੋ ਦੇ ਲੋਕ ਬੜਾ ਸੋਚ ਸਮਝ ਕੇ ਆਪਣੇ ਉਮੀਦਵਾਰ ਨੂੰ ਵੋਟ ਦੇਣਗੇ। ਆਪਣੇ ਸਹਿਯੋਗੀ ਪਰਮਿੰਦਰ ਸਿੰਘ ਦੇ ਨਾਲ ਮੈਂ ਰਵੀ ਸੰਗਰਾਹੁਰ ਦਾ ਅਨਮਿਊਟ ਜੈਤੋ।